ਵਾਹਿਗੁਰੂ ਸਾਹਿਬ ਜੀਓ। ਛਿਤ ਕਛ ਖੋਦ ਮਿਰਦਲ ਤ੍ਰਿਣ ਪਾਏ, ਬੈਸ ਹੈ ਪੁਨ ਪਟ ਬਿਮਲ ਵਿਸਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਰਾਜਾ ਸ਼ਿਵ ਨਾਭ ਨੂੰ ਸੰਗਲਾ ਦੀਪ ਦੇ ਵਿੱਚ ਗੁਰਾਂ ਨੇ ਉਪਦੇਸ਼ ਕੀਤਾ ਹੈ, ਜਿਸ ਉਪਦੇਸ਼ ਦੇ ਰਾਹੀਂ ਬਿਲਕੁਲ ਹੀ ਨਵੇਂ ਅਤੇ ਅਣਜਾਣ ਬੰਦੇ ਨੂੰ ਉਪਦੇਸ਼ ਕਰੀਦਾ, ਜਿਵੇਂ ਕਿ ਕਿਸ ਕਿਸ ਰਸਤੇ ਆਪਾਂ ਜਾਣਾ ਹੈ। ਯਮ ਅਤੇ ਨੇਮ ਇਹਨਾਂ ਦੇ ਅੱਗੇ 10-10 ਹਿੱਸੇ ਬਣਦੇ ਨੇ। ਉਹਦੇ ਵਿੱਚ ਵੀ ਫਿਰ ਕਈਆਂ ਦੇ ਅੱਗੇ 2-2, 3-3 ਹਿੱਸੇ ਬਣਾ ਕੇ, ਜਿਵੇਂ ਦਾਨ ਹੀ ਕਿਹਾ ਸੀ ਕਿ ਤਮੋ ਗੁਣੀ ਦਾਨ, ਰਜੋ ਗੁਣੀ ਦਾਨ, ਸਤੋ ਗੁਣੀ ਦਾਨ, ਇਸ ਤਰ੍ਹਾਂ ਦੇ ਕਈ ਹਿੱਸੇ ਬਣਾਏ ਨੇ। ਯਮ, ਨੇਮ, ਆਸਣ। ਸੋ ਤੀਸਰਾ ਸੀ ਆਸਣ। ਮਹਾਰਾਜ ਕਹਿਣ ਲੱਗੇ ਆਸਣ ਥੋੜਾ ਲਾ ਕੇ ਬੈਠੋ, ਜਿਸ ਦੇ ਵਿੱਚ ਆਪਾਂ ਨੂੰ ਕੁਝ ਜਿਤਨੇ ਸੰਸਾਰ ਦੇ ਅੰਦਰ ਜੀਵ ਨੇ, ਜਾਨਵਰ ਆਦਿਕ ਨੇ, ਇਹਨਾਂ ਦੇ ਆਧਾਰ ਤੇ ਆਸਣ ਬਣਾਏ ਨੇ। 84 ਲੱਖ ਜੀ ਜੋਨੀਆਂ ਚੋਂ 84 ਕੁ ਜੀਵਾਂ ਦੇ 84 ਆਸਣ ਗਿਣੇ ਨੇ, ਪਰ ਉਹਨਾਂ ਵਿੱਚੋਂ ਮੁੱਖ ਆਸਣ ਜਿਹੜੇ ਨੇ ਉਹ ਸਿੱਧ ਆਸਣ ਤੇ ਪਦਮ ਆਸਣ ਹਨ। ਮਹਾਰਾਜ ਨੇ ਬਚਨ ਕੀਤੇ ਨੇ ਕਿ ਇਸ ਤਰ੍ਹਾਂ ਆਸਣ ਲਾ ਕੇ ਬਹਿ ਕੇ ਭਗਤੀ ਕਰਨੀ। ਕਿਉਂ? ਹਲੇ ਸਿੱਖੀ ਦਾ ਪ੍ਰਚਾਰ ਬਿਲਕੁਲ ਨਵਾਂ ਹੈ, ਪ੍ਰਾਰੰਭ ਹੀ ਹੋਇਆ। ਜਿਸ ਰਾਜੇ ਨੂੰ ਹਿੰਦੂ ਮਤ ਦਾ ਵੀ ਗਿਆਨ ਨਹੀਂ ਸੀ ਪੂਰਨ, ਉਸ ਨੂੰ ਜਾ ਕੇ ਸਿੱਖੀ ਦਾ ਗਿਆਨ ਦੇਣਾ ਅਤੇ ਕੁਝ ਐਸੀਆਂ ਚੀਜ਼ਾਂ ਦੱਸਣੀਆਂ ਜਿਨ੍ਹਾਂ ਦੇ ਨਾਲ ਬੰਦੇ ਨੂੰ ਗਿਆਨ ਹੁੰਦਾ ਹੈ ਕਿ ਮੈਂ ਸਿੱਖੀ ਨੂੰ ਕਿਵੇਂ ਕਮਾਉਣਾ। ਇਹ ਮੰਨਦੇ ਹਾਂ ਕਿ ਯਮ, ਨੇਮ, ਆਸਣ ਆਦਿਕ ਜਿਹੜਾ ਦੱਸਣਗੇ, ਇਹ ਚੀਜ਼ਾਂ ਅਸਲ ਵਿੱਚ ਯੋਗ ਮਤ ਦੀਆਂ ਨੇ, ਪਰ ਸਤਿਗੁਰੂ ਨੇ ਇਹਨਾਂ ਵਿੱਚ ਵੀ ਯੋਗ ਮਤ ਦਾ ਸਿਰਫ ਯਮ, ਨੇਮ ਅੱਖਰ ਹੀ ਵਰਤੇ ਨੇ। ਬਾਕੀ ਸਾਰੀਆਂ ਚੀਜ਼ਾਂ ਬਹੁਤੀਆਂ ਜਿਹੜੀਆਂ ਗੁਰਮਤਿ ਅਨੁਸਾਰ ਹੀ ਰਲਦੀਆਂ ਹੁੰਦੀਆਂ ਨੇ। ਰਲਦੀਆਂ ਮਿਲਦੀਆਂ ਚੀਜ਼ਾਂ ਬਹੁਤ ਸਾਰੀਆਂ ਐਸੀਆਂ ਵੀ ਆ ਜਾਂਦੀਆਂ। ਐਸਾ ਵੀ ਹੁੰਦਾ ਜਿਵੇਂ ਪਾਣੀ ਹੈ, ਪਾਣੀ ਤਾਂ ਸਾਰੇ ਇੱਕੋ ਹੀ ਪੀਂਦੇ, ਚਾਹੇ ਉਹ ਕਿਸੇ ਮਤ ਦਾ। ਜਿਵੇਂ ਚੌਂਕੜੀ ਮਾਰ ਕੇ ਬੈਠੇ ਆ, ਇਹ ਤਾਂ ਸਾਰੇ ਹੀ ਬਹਿੰਦੇ ਨੇ ਧਾਰਮਿਕ ਸਥਾਨਾਂ ਤੇ। ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਰੇ ਜੀਵ ਸਾਂਝੀਆਂ ਹੀ ਕਰਦੇ ਹੁੰਦੇ ਨੇ ਹਰੇਕ ਧਰਮ ਦੇ ਅੰਦਰ। ਜਿਵੇਂ ਹੱਥ ਜੋੜਦੇ ਨੇ, ਸਾਰੇ ਹੱਥ ਸਾਰੇ ਧਰਮਾਂ 'ਚ ਜੋੜਦੇ ਨੇ ਪਰਮਾਤਮਾ ਅੱਗੇ। ਜਿਵੇਂ ਹਿੰਸਾ ਕਰਨੀ ਹੈ, ਜੀਵ ਹੱਤਿਆ, ਇਹ ਸਾਰਿਆਂ ਥਾਵਾਂ ਤੇ ਹੀ ਮਨ੍ਹਾ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਾ ਕੇ ਧਰਮਾਂ 'ਚ ਰਲਦੀਆਂ ਵੀ ਨੇ, ਪਰ ਉਹਦੇ ਵਿੱਚ ਜਿਹੜੀ ਸਾਡੇ ਕੋਲ ਸ਼੍ਰੋਮਣੀ ਚੀਜ਼ ਹੈ ਉਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਅਤੇ ਪਰਮੇਸ਼ਰ ਦਾ ਅੰਮ੍ਰਿਤ ਨਾਮ, ਫਿਰ ਗੁਰੂ ਨਾਨਕ ਸਾਹਿਬ ਦੀ ਕਿਰਪਾ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਬੈਠਣਾ ਹੁਣ ਕਿਵੇਂ ਹੈ? ਸਿੱਧ ਆਸਣ, ਪਦਮ ਆਸਣ ਦਊ, ਤਿਨਾਂ ਜੇ ਲੱਛਣ ਸੁਣੀਏ ਸੋਊ। ਹੁਣ ਉਹਨਾਂ ਦੇ ਲੱਛਣ ਕਥਨ ਕਰਨਗੇ
ਔਰ ਇਸ ਤਰੀਕੇ ਨਾਲ ਅੱਗੇ ਅੱਗੇ ਜਿਵੇਂ ਆਵੇਗਾ, ਇਹਨਾਂ ਚੀਜ਼ਾਂ ਦਾ ਫਾਇਦਾ ਜਿੰਨਾ ਕੁ ਆਪਾਂ ਕੱਲ੍ਹ ਸੁਣਿਆ ਸੀ, ਇਹਦਾ ਸਧਾਰਨ ਸਿੱਖ ਨੂੰ ਬਹੁਤ ਫਾਇਦਾ ਹੁੰਦਾ, ਜਿਹੜਾ ਨਵਾਂ ਨਵਾਂ ਲੱਗਿਆ ਇਸ ਪਾਸੇ। ਬਾਕੀ ਜਿਹੜਾ ਕਈ ਵਾਲੇ ਪੁਰਾਣੇ ਆ, ਉਹ ਵੀ ਇਹੋ ਜਿਹੇ ਹੋਏ ਪਏ, ਉਹਨਾਂ ਨੂੰ ਕੋਈ ਯਾਦ ਹੀ ਨਹੀਂ ਹੈ, ਉਹਨਾਂ ਨੂੰ ਵੀ ਸੁਣਨਾ ਹੀ ਪੈਂਦਾ। ਫਿਰ ਇਹਦੇ ਵਿੱਚ ਜਿਹੜੀ ਚੀਜ਼ ਹੁਣ ਸ਼ੁਰੂ ਹੋਣੀ ਹੈ, ਇਹ ਜਿਹੜੇ ਆਪਣੇ ਪੰਥ 'ਚ ਕਾਫੀ ਅਭਿਆਸੀ ਬੈਠੇ ਨੇ, ਚੰਗੀਆਂ ਅਵਸਥਾ ਬਣ ਚੁੱਕੀਆਂ ਜਿਨ੍ਹਾਂ ਦੀ, ਉਹਨਾਂ ਨੂੰ ਇਹ ਚੀਜ਼ ਉਹਦਾ ਫਾਇਦਾ। ਕਿਉਂਕਿ ਇਹ ਚੀਜ਼ਾਂ ਉਹ ਮੈਨੂੰ ਆਮ ਅਕਸਰ ਪੁੱਛਦੇ ਰਹਿੰਦੇ, ਜਦੋਂ ਸਰੀਰ ਦੇ ਸਾਰੇ ਚੱਕਰ ਖੁੱਲ੍ਹਦੇ ਆ, ਕੀ ਕਰਨਾ ਚਾਹੀਦਾ, ਆਹ ਕਿਵੇਂ ਹੁੰਦਾ। ਇਸ ਤਰ੍ਹਾਂ ਕਰਨ ਦੇ ਨਾਲ ਇਹਨਾਂ ਚੀਜ਼ਾਂ ਵਿੱਚੋਂ ਕਾਫੀ ਚੀਜ਼ਾਂ ਅਭਿਆਸੀਆਂ ਵਾਸਤੇ ਬਹੁਤ ਫਾਇਦੇਮੰਦ ਹੋਣਗੀਆਂ। ਨਵੇਂ ਬੰਦੇ ਲਈ ਇੱਕ ਨਵੀਂ ਚੀਜ਼ ਹੁੰਦੀ ਹੈ, ਪਰ ਉਹ ਵੀ ਬਹੁਤ ਅੱਛੀ ਹੈ। ਆਓ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ। ਕਥਾ ਸ਼ਰਵਣ ਕਰਦਿਆਂ ਹੋਇਆਂ ਸਿਮਰਨ ਜ਼ਰੂਰ ਕਰਿਆ ਕਰੋ। ਵਾਹਿਗੁਰੂ ਵਾਹਿਗੁਰੂ ਨਾਲ ਨਾਲ ਕਰੀ ਜਾਣਾ ਹਿਰਦੇ 'ਚ, ਕਥਾ ਸੁਣੀ ਜਾਣੀ, ਇਹਦਾ ਫਾਇਦਾ ਹੁੰਦਾ। ਇਹਦੇ ਨਾਲ ਆਪਾਂ ਸਾਰਿਆਂ ਨੂੰ ਲਾਭ ਹੁੰਦਾ। ਮਹਾਂਪੁਰਖ ਤਾਂ ਇੱਥੋਂ ਤੱਕ ਵੀ ਕਹਿੰਦੇ ਸੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਕਥਾ ਕਰਦਿਆਂ ਕਥਾ ਵਾਚਕ ਨੂੰ ਵੀ ਸਿਮਰਨ ਕਰਨਾ ਚਾਹੀਦਾ ਨਾਲ ਵਾਹਿਗੁਰੂ ਮੰਤਰ ਦਾ। ਪਰ ਇਹ ਔਖਾ ਹੁੰਦਾ ਥੋੜ੍ਹਾ ਜਿਹਾ, ਪਰ ਫਿਰ ਵੀ ਜਿੰਨੀ ਕੁ ਕੋਸ਼ਿਸ਼ ਹੁੰਦੀ ਆਪਾਂ ਕਰਦੇ ਹਾਂ, ਨਾਲ ਸਿਮਰਨ ਕਰਦੇ ਹਾਂ। ਆਓ ਪਿਆਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਛਿਤ ਕਛ ਖੋਦ ਮਿਰਦਲ ਤ੍ਰਿਣ ਪਾਏ। ਛਿਤ ਹੁੰਦੀ ਧਰਤੀ ਨੂੰ ਥੋੜ੍ਹਾ ਜਿਹਾ ਖੋਦ ਕੇ, ਥੋੜ੍ਹੀ ਜਿਹੀ ਪੱਧਰੀ ਕਰਕੇ, ਸਾਫ਼ ਕਰਕੇ, ਜੇ ਬਾਹਰ ਜੰਗਲ ਵਿੱਚ ਆਸਣ ਲਾਉਣਾ ਜਾਂ ਕਿਤੇ ਵੀ ਲਾਉਣਾ, ਫਿਰ ਉਹ ਥੋੜ੍ਹਾ ਸਾਫ਼ ਕਰ ਲੈਣਾ, ਥਾਂ ਚੰਗਾ ਹੁੰਦਾ। ਉਹਨੂੰ ਪੱਟ ਕੇ ਧਰਤੀ ਨੂੰ ਪੱਧਰੀ ਜਿਹੀ ਕਰਕੇ ਉਹਦੇ ਉੱਤੇ ਥੋੜ੍ਹੇ ਜਿਹੇ ਘਾਹ ਆਦਿਕ ਜਾਂ ਸੁੱਕਾ ਘਾਹ ਆਦਿਕ, ਇਹ ਚੀਜ਼ਾਂ, ਕੋਮਲ ਘਾਹ, ਥੋੜ੍ਹਾ ਜਿਹਾ ਥਾਂ ਸਖਤ ਨਾ ਹੋਵੇ ਜ਼ਿਆਦਾ ਥੱਲਿਓਂ, ਉਹਦੇ 'ਤੇ ਬੈਠਣ ਵਾਸਤੇ ਇਸ ਤਰ੍ਹਾਂ ਦਾ ਇੰਤਜ਼ਾਮ ਕਰੇ। ਤਨਹਿ ਜੇ ਲੱਛਣ ਸੁਣਿਆ ਸੋ ਇਸ ਤਰੀਕੇ ਨਾਲ ਬੈਸੈ ਪੁਨ ਪਟ ਬਿਮਲ ਵਿਛਾਏ। ਫਿਰ ਜਿਹੜਾ ਹੈ ਬਿਮਲ, ਮੈਲ ਤੋਂ ਰਹਿਤ ਕੱਪੜਾ ਵਿਛਾਉਣਾ ਥੱਲੇ, ਉਜਲ ਕੱਪੜਾ। ਕੁਛ ਰੰਗ ਦਾ ਵੀ ਫਰਕ ਪੈਂਦਾ ਭਗਤੀ ਵਿੱਚ। ਥੱਲੇ ਚਿੱਟਾ ਕੱਪੜਾ ਹੋਵੇ ਤਾਂ, ਜੇ ਕੱਪੜਾ ਹੋਵੇ ਊਨੀ ਗਰਮ ਕੱਪੜਾ, ਉਹ ਕੁਛ ਹੋਰ ਜ਼ਿਆਦਾ ਵਧੀਆ ਰਹਿੰਦਾ। ਇਹਨਾਂ ਚੀਜ਼ਾਂ ਦਾ ਥੋੜ੍ਹਾ ਥੋੜ੍ਹਾ ਸਰੀਰ ਉੱਤੇ ਨਵੇਂ ਜਗਿਆਸੂਆਂ ਲਈ ਚੰਗਾ ਅਸਰ ਪੈਂਦਾ। ਜਿਵੇਂ ਰਜਾਈ ਉੱਤੇ ਲੈ ਲਓ ਤਾਂ ਨੀਂਦ ਇੰਨੀ ਆਉਂਦੀ ਆ, ਇਹ ਰੂਹ ਨਿਰੀ ਦਲਿੱਦਰ ਦਾ ਘਰ ਹੁੰਦਾ। ਜੇ ਕੰਬਲ ਲੈ ਲਓ, ਫਿਰ ਕੰਬਲ ਨਾਲ ਥੋੜ੍ਹਾ ਨੀਂਦ ਠੀਕ ਰਹਿੰਦੀ। ਇਸੇ ਤਰ੍ਹਾਂ ਹੀ ਕਹਿੰਦੇ ਥੱਲੇ ਸਾਫ਼ ਸੁਥਰਾ ਚਿੱਟਾ ਊਨੀ ਕੱਪੜਾ ਜਿਹਾ ਹੋਵੇ, ਕਿਉਂਕਿ ਉਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ, ਕੱਪੜੇ ਵਿੱਚ ਵੀ ਪ੍ਰਭਾਵ ਹੁੰਦਾ, ਜਿਸ ਕਰਕੇ ਜੀਵ ਨੂੰ ਦਲਿੱਦਰ ਨਹੀਂ ਪੈਂਦਾ। ਸੁਚਮਤਾਈ ਗਰਮ ਕੱਪੜੇ ਵਿੱਚ ਬਣੀ ਰਹਿੰਦੀ ਹੈ। ਹਵੈ ਪਾਵਨ ਨਹਿ ਅੰਗ ਡੁਲਾਏ। ਇਸ ਤਰ੍ਹਾਂ ਬਿਲਕੁਲ ਪਾਵਨ ਪਵਿੱਤਰ ਹੋ ਕੇ ਬੈਠੇ, ਅੰਗ ਨਾ ਡੁਲਾਵੇ, ਇੱਕ ਟੱਕ ਐਨ ਸਮਾਧੀ ਸਰੀਰ ਦੀ ਲਾ ਕੇ ਬੈਠੇ। ਵਾਮ ਪੈਰ ਸੋ ਗੁਦਾ ਦਵਾਏ। ਖੱਬੇ ਪੈਰ ਦੇ ਨਾਲ ਬਿਲਕੁਲ ਜੋ ਅੱਡੀ ਹੈ ਉਹਦੀ, ਉਹ ਥੱਲੇ ਵਿਚਕਾਰ ਲਾ ਕੇ ਬੈਠੇ। ਦੋਹਰਾ ਇੰਦਰੀ ਪਰ ਦਹਿਨੋ ਧਰੈ, ਅਗਰ ਨਾਸਕਾ ਧਿਆਨ। ਇਸ ਤਰੀਕੇ ਨਾਲ ਸੱਜਾ ਪੈਰ ਥੋੜਾ ਅੱਗੇ ਕਰਕੇ ਬੈਠੇ, ਭਾਵ ਦੋਨੋਂ ਅੱਡੀਆਂ ਦੇ ਉੱਤੇ ਹੀ ਸਰੀਰ ਦਾ ਬੋਝ ਲਿਆਉਂਦੇ ਨੇ। ਇਸ ਤਰ੍ਹਾਂ ਕਰਨ ਨਾਲ ਇਹ ਅਗਰ ਨਾਸਕਾ ਧਿਆਨ,
ਇਹ ਅਗਲੇ ਪਾਸੇ ਨੱਕ ਦੇ ਹਿੱਸੇ 'ਤੇ ਧਿਆਨ ਜਿਹੜਾ ਕਰਨਾ, ਇਸ ਤਰੀਕੇ ਨਾਲ ਨਵੇਂ ਜਗਿਆਸੂ ਲਈ ਕਈ ਚੀਜ਼ਾਂ ਇਹ ਆਪਾਂ ਸਾਰਿਆਂ ਨੂੰ ਵੀ ਨਹੀਂ ਸਿਖਾ ਸਕਦੇ। ਅਸਲ ਵਿੱਚ ਐਸੀਆਂ ਚੀਜ਼ਾਂ ਅਧਿਕਾਰਿਕ ਬੰਦੇ ਨੂੰ ਹੀ ਦੱਸੀਆਂ ਜਾਂਦੀਆਂ ਹੁੰਦੀਆਂ ਵੈਸੇ ਤਾਂ, ਕਿਉਂਕਿ ਬਹੁਤ ਸਾਰੇ ਬੰਦੇ ਫਿਰ ਇਹ ਕਹਿ ਦਿੰਦੇ ਨੇ ਕੁਝ ਹੋਰ ਹੀ ਸੁਣਾਈ ਜਾਂਦੇ ਨੇ, ਪਰ ਐਸਾ ਚੀਜ਼ ਹੋ ਜਾਂਦੀ ਕਿਉਂਕਿ ਜਿਹਦੇ ਵਿੱਚ ਜ਼ਿਆਦਾ ਲਾਭ ਹੋਵੇ ਸਾਨੂੰ ਉਹਨਾਂ ਚੀਜ਼ਾਂ ਦਾ ਗਿਆਨ ਆਪਾਂ ਲੈ ਸਕਦੇ ਹਾਂ। ਰਾਜੇ ਨੂੰ ਜਿੰਨਾ ਉਪਦੇਸ਼ ਕੀਤਾ ਸੀ ਵੈਸੇ ਉਹ ਹੁਣ ਪੱਕਾ ਨਹੀਂ ਪਤਾ ਹੈ ਕਿ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਨੇ ਕਿਤਾਬ ਛਾਪੀ ਹੈ, ਉਹਦਾ ਨਾਂ ਹੀ ਪ੍ਰਾਣ ਸੰਗਲੀ ਹੈ। ਪੜ੍ਹੀ ਵੀ ਸੀ ਲੈ ਕੇ ਮੈਂ, ਕਾਫੀ ਇੱਦਾਂ ਦੀਆਂ ਡੂੰਘੀਆਂ ਚੀਜ਼ਾਂ ਨੇ ਉਹਦੇ ਵਿੱਚ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਸ਼ਿਵਨਾਭ ਨੂੰ ਉਪਦੇਸ਼ ਦਿੱਤਾ ਸੀ, ਆਖੇ ਉਦੋਂ ਉੱਥੇ ਇਹ ਲਿਖੀ ਸੀ। ਪਰ ਵਿਚਾਰ ਦੀ ਗੱਲ ਹੈ, ਜੇ ਮਹਾਰਾਜ ਵੱਲੋਂ ਲਿਖੀ ਹੁੰਦੀ ਉਸ ਵਕਤ ਤਾਂ ਫਿਰ ਇਹ ਜੇ ਗੁਰਬਾਣੀ ਰੂਪ ਵਿੱਚ ਹੁੰਦੀ ਤਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਜਾਂਦੀ। ਪਰ ਉਹਦੇ ਵਿੱਚ ਇੱਕ ਚੀਜ਼ ਹੈ, ਕਈ ਚੀਜ਼ਾਂ ਦੀ ਬਾਰ-ਬਾਰ ਜਿਵੇਂ ਉਪਦੇਸ਼ ਕੀਤੇ ਗਏ ਉਹ ਬਾਹਰਲੇ ਢੰਗ ਨਾਲ ਹੀ ਬਾਹਰ ਹੀ ਰਹਿ ਗਈਆਂ, ਜਿਨ੍ਹਾਂ ਦਾ ਬਹੁਤਾ ਗੁਰਬਾਣੀ ਨਾਲ ਨਹੀਂ ਸੀ ਸੰਬੰਧ ਚੀਜ਼ਾਂ ਦਾ। ਪਰ ਫਿਰ ਵੀ ਐਸਾ ਕਰਨ ਦੇ ਨਾਲ ਕਾਫੀ ਜੇ ਬੈਠ ਸਕਦਾ ਹੋਵੇ ਕੋਈ ਲਾਭ ਲਵੇ। ਇਹਨਾਂ ਆਸਣਾਂ ਨੂੰ ਹੁਣ ਜਿਵੇਂ ਸਿੱਖਿਆ ਬਹੁਤੇ ਲੋਕਾਂ ਨੇ, ਯੋਗਾ ਕਰਦੇ ਕਈ ਲੋਕ। ਯੋਗਾ ਬੁਰੀ ਚੀਜ਼ ਨਹੀਂ ਹੈ, ਸਰੀਰ ਨੂੰ ਅੱਛਾ ਸਾਵਧਾਨ ਰੱਖਣ ਦਾ ਸਾਧਨ ਹੈ। ਸਿੱਧ ਆਸਨ ਏਕੋ ਭਨੈ ਜੋਗੀ ਕਰਤ ਸਜਾਨ। ਇਹ ਜਿਹੜੇ ਚੰਗੇ ਯੋਗੀ ਲੋਕ ਨੇ ਬੈਠ ਕੇ ਯੋਗ ਕਰਦੇ ਨੇ, ਇਹਨੂੰ ਸਿੱਧ ਆਸਣ ਕਹਿੰਦੇ ਨੇ। ਦੋਵੇਂ ਅੱਡੀਆਂ ਹੀ ਦੋਨਾਂ ਸਥਾਨਾਂ 'ਤੇ ਲਾ ਕਰਕੇ ਉਹਨਾਂ ਦੇ ਉੱਤੇ ਹੀ ਭਾਰ ਪਾ ਕੇ ਫੇਰ ਬੈਠਣਾ। ਜੋ ਪਈ ਦਾਈ ਪੱਗ ਪਰ ਧਰ ਕਰ ਬਾਵਾਂ। ਦਾਏਂ ਸੱਜੇ ਪੈਰ ਦੇ ਉੱਤੇ ਖੱਬਾ ਪੈਰ ਰੱਖ ਕੇ, ਬਾਵੇਂ ਪਰ ਕਰ ਦਹਿਨ ਟਿਕਾਵਾਂ। ਖੱਬੇ ਪੈਰ ਦੇ ਉੱਤੇ ਫਿਰ ਸੱਜਾ ਪੈਰ ਟਿਕਾ ਕੇ, ਦੋਨੋਂ ਭੁਜਾ ਕੰਡ ਕਰ ਪਾਛੇ। ਸੋ ਦੋਨੋਂ ਭੁਜਾਂ ਬਾਹਾਂ ਜਿਹੜੀਆਂ ਘੁਮਾ ਕੇ ਲੈ ਜਾਣੀਆਂ ਪਿਛਲੇ ਪਾਸੇ। ਦਾਏਂ ਪੱਟ ਪਰ ਧਰ ਪੱਗ ਬਾਵਾਂ, ਬਾਏਂ ਪਰ ਪੱਗ ਦਹਿਨ ਟਿਕਾਵਾ। ਇਉਂ ਇਹ ਤਾਂ ਆਮ ਦੇਖਿਆ ਹੋਣਾ ਤੁਸੀਂ, ਆਸਣ ਲਾਉਂਦੇ ਦੋਵੇਂ ਬਾਹਾਂ ਪਿੱਛੇ ਨੂੰ ਲੈ ਜਾਣੀਆਂ, ਪਿੱਛੇ ਦੋਵੇਂ ਬਾਹਾਂ ਫੜ ਲੈਣੀਆਂ। ਗਹੇ ਅੰਗੂਠੇ ਪੱਗ ਡਿੱਡ ਆਛੇ। ਜਾਂ ਫਿਰ ਪਿੱਛੇ ਨੂੰ ਲਿਜਾ ਕਰਕੇ ਦੋਵੇਂ ਪੈਰਾਂ ਦੇ ਜਿਹੜੇ ਅੰਗੂਠੇ ਆ ਇਹਨਾਂ ਨੂੰ ਅੱਛੀ ਤਰ੍ਹਾਂ ਪਕੜ ਲੈਣਾ। ਇਹ ਪੁਰਾਣੇ ਲੋਕ ਕਰ ਸਕਦੇ ਸੀ, ਹੁਣ ਨਹੀਂ ਹੁੰਦਾ ਇਹ। ਹੁਣ ਜਿਹੜੇ ਲੋਕ ਬਿਲਕੁਲ ਹੀ ਸਰੀਰ ਜਿਨ੍ਹਾਂ ਦਾ ਚੰਗਾ ਤਕੜਾ ਹੈ ਉਹ ਇਹਨਾਂ ਚੀਜ਼ਾਂ ਨੂੰ ਕਮਾ ਸਕਦੇ ਨੇ। ਬਾਕੀ ਦੇ ਲੋਕ ਜਿਹੜੇ ਨੇ ਉਹਨਾਂ ਲਈ ਤੇ ਫਿਰ ਹੁਣ ਕਲਯੁਗ ਵਿੱਚ ਜਿਹੜਾ ਸੌਖਾ ਜਿਹਾ ਤਰੀਕਾ ਹੈ ਉਹ ਇਹ ਤਾਂ ਹੁਣ ਉਪਦੇਸ਼ ਹੋ ਰਿਹਾ ਨਾ ਰਾਜੇ ਪ੍ਰਤੀ, ਜਾਂ ਮਹਾਰਾਜ ਜਿਵੇਂ ਚਾਹੁੰਦੇ ਨੇ। ਜਿਵੇਂ ਹੁਣ ਦੇਖਿਆ ਰਾਜਾ ਸ਼ਿਵਨਾਭ ਕੋਈ ਮਾੜਾ ਮੋਟਾ ਬੰਦਾ ਨਹੀਂ ਸੀ, ਅਸਲ ਵਿੱਚ ਉਹ ਬੜਾ ਪੁਰਾਣਾ ਭਗਤ ਸੀ ਮਹਾਰਾਜ ਦਾ, ਭਗਤੀ ਕਰਦਾ ਤੁਰਿਆ ਆਉਂਦਾ ਸਤਿਯੁਗ ਤੋਂ ਲੈ ਕੇ। ਪੁਰਾਣਾ ਬਹੁਤ ਵੱਡਾ ਕੋਈ ਰਿਸ਼ੀ ਮੁਨੀ ਵੀ ਰਿਹਾ ਉਹ। ਸਿਰਫ ਉਹਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਖੋ ਉਹਦੇ ਪ੍ਰੇਮ ਦੇ ਬੰਨੇ ਹੋਏ ਕਿੰਨੀ ਦੂਰ ਗਏ ਨੇ। ਇਉਂ ਬੈਠਣ ਦਾ ਇਹ ਤਰੀਕਾ ਦੱਸਦੇ ਹਨ। ਭੂਕੋ ਕਿਦੋ ਨਾਸਕਾ ਧਿਆਨਾ। ਭੂਕੋ ਤੋਂ ਭਾਵ ਨੱਕ ਦਾ ਧਿਆਨ ਕਰਨਾ, ਜਾਂ ਸੋ ਭੂ ਤੋਂ ਭਾਵ ਧਰਤੀ ਦਾ ਧਿਆਨ ਧਰਨਾ, ਜਾਂ ਫਿਰ ਨਾਸਕਾ ਹੁੰਦਾ ਨੱਕ ਦੇ ਅਗਲੇ ਹਿੱਸੇ ਦਾ ਧਿਆਨ ਧਰਨਾ। ਕਰ ਵੈਸੀ ਪਦਮਾਸਨ ਜਾਨਾ। ਜਿਹੜਾ ਕਰ ਬੈਠਦਾ ਇਸ ਤਰ੍ਹਾਂ ਉਹਨੂੰ ਪਦਮਾਸਨ ਜਾਨਣਾ ਕਰੋ। ਅੰਗ ਪੰਚਮੋ ਪ੍ਰਾਣਾਯਾਮ। ਇਹ ਸੀ 3 ਸੋ ਯਾਮ ਨੇਮ ਆਸਣ। ਅੱਗੇ ਚੱਲ ਕੇ ਹੁਣ ਜਿਹੜਾ ਹੈ 5ਵਾਂ ਦੱਸਿਆ ਪ੍ਰਾਣਾਯਾਮ, ਇਹ 5ਵਾਂ ਜਾਣੋ। ਪੂਰਕ ਕੁੰਭ ਘਰੇ ਚਿਕ ਨਾਮ। ਇਹਦੇ ਵਿੱਚ ਕੀ ਕਿਰਿਆ ਹੁੰਦੀ ਹੈ? ਪੂਰਕ ਤੇ ਚੜਾਉਣਾ ਸਵਾਸਾਂ ਨੂੰ, ਕੁੰਭਕ ਰੋਕਣਾ, ਉੱਤੇ ਲਿਜਾ ਕੇ ਰੇਚਕ ਹੁੰਦਾ ਥੱਲੇ ਨੂੰ ਉਤਾਰਨਾ। ਬਾਹਰ ਤੇ ਮਨ ਸੁਰਤ ਟਿਕਾਵੇ।
ਬਾਹਰਲੇ ਪਾਸਿਓਂ ਮਨ ਨੂੰ ਮੋੜ ਕੇ ਲਿਆ ਕੇ ਆਪਣੀ ਸੁਰਤੀ ਨੂੰ ਟਿਕਾ ਲਵੇ। ਜੈਨੇ ਸੁਰਤੇ ਪ੍ਰਾਨ ਚੜਾਵੈ। ਪਹਿਲਾਂ ਸੱਜੀ ਸੁਰ ਤੋਂ ਪ੍ਰਾਣ ਉੱਤੇ ਨੂੰ ਚੜਾਉਣਾ ਕਰਿਆ। ਲੋਕ ਅੱਜ ਕੱਲ੍ਹ ਸਾਰੇ ਉਹ ਸ਼ੁਰੂ ਜਿਹਾ ਕੀਤਾ ਸਭ ਨੇ, ਜਿਸ ਪ੍ਰਕਾਰ ਕਰਦੇ ਨੇ, ਇੱਕ ਪਾਸੇ ਦਾ ਨੱਕ ਬੰਦ ਕਰਕੇ ਉਧਰ ਨੂੰ ਸਵਾਸ, ਉਹ ਕਿਰਿਆ ਥੋੜ੍ਹਾ ਜਿਹਾ ਬੰਦੇ ਨੂੰ ਫਰੈਸ਼ ਵੀ ਕਰਦੀ, ਅੱਛਾ ਵੀ ਰੱਖਦੀ ਹੈ। ਕਿਉਂਕਿ ਜ਼ਿਆਦਾ ਹੀ ਦਲਿਦਰੀ ਹੋਣ ਕਰਕੇ ਸਾਰੇ ਜਾਣੇ ਮਿਹਨਤ ਕਰਨੋਂ ਵੀ ਹਟ ਗਏ। ਇਹਨਾਂ ਚੀਜ਼ਾਂ ਦੇ ਵਿੱਚ ਫਿਰ ਇਹ ਸਾਰੀਆਂ ਚੀਜ਼ਾਂ ਸਾਧਨ ਬਣ ਜਾਂਦੀਆਂ ਨੇ। ਖਿੰਚਤ ਦਵਾਦਸ ਮਾਤਰ ਜੋਇ। ਸੋ ਇਹਨੂੰ ਖਿੱਚ ਲਵੇ ਅੰਦਰ ਨੂੰ। ਫਿਰ ਦਵਾਦਸ ਜਿਹੜੀਆਂ ਨੇ 12 ਮਾਤਰਾ ਹਨ ਜਿਹੜੀਆਂ, ਉਹਨਾਂ ਨੂੰ ਉਚਾਰੇ। ਓੰਕਾਰ ਜਪੈ ਤਬ ਸੋਇ। ਦਵਾਦਸ ਵਾਰੀ 12 ਵਾਰੀ ਓੰਕਾਰ ਓੰਕਾਰ ਓੰਕਾਰ। ਪਹਿਲੇ ਲੋਕ ਇਕੱਲਾ ਓਂ ਜਪਦੇ ਸੀ, ਇਸ ਤਰ੍ਹਾਂ ਉਹ ਵੀ ਠੀਕ ਹੈ। ਪਰ ਓੰਕਾਰ ਜੋ ਗੁਰੂ ਨਾਨਕ ਦੇਵ ਜੀ ਨੇ ਇੱਥੇ ਕਿਹਾ, ਇੱਕ ਨੂੰ ਥੋੜ੍ਹਾ ਜਿਹਾ ਕਹਿ ਲਓ, ਇੱਕ ਓੰਕਾਰ, ਇਸ ਤਰ੍ਹਾਂ ਕਰਕੇ ਵੀ ਆਪਾਂ ਕਰ ਸਕਦੇ ਹਾਂ। ਇਹਨਾਂ ਦੋਨਾਂ ਵਿੱਚ ਵੀ ਥੋੜ੍ਹਾ ਥੋੜ੍ਹਾ ਫਿਰ ਫਰਕ ਹੈ। ਇਕੱਲਾ ਓਂ ਕਹਿਣ ਵਿੱਚ ਤੇ ਇੱਕ ਓੰਕਾਰ ਕਹਿੰਦੇ ਜੇ ਅਭਿਆਸ ਕਰੇ ਇਹਨਾਂ ਦਾ ਧਿਆਨ ਲਾ ਕੇ। ਜਿਤੇ ਪ੍ਰਾਨ ਅੰਤਰ ਠਹਿਰਾਵੈ। ਜਿੰਨੇ ਕੁ ਪ੍ਰਾਣ ਨੇ, ਸਵਾਸ ਨੇ, ਉਹਨਾਂ ਨੂੰ ਅੰਦਰਲੇ ਪਾਸੇ ਠਹਿਰਾ ਲਵੇ। ਕੁੰਭਕ ਤੇਤੋ ਨਾਮ ਕਹਾਵੈ। ਉਹ ਪ੍ਰਾਣਾਂ ਨੂੰ ਠਹਿਰਾਉਣਾ ਹੀ ਕੁੰਭਕ ਕਹਿੰਦੇ ਨੇ। ਇਹਨੂੰ ਅੰਦਰ ਜਿਹੜਾ ਸਵਾਸ ਠਹਿਰਾ ਲੈਣੇ ਨੇ। 24 ਮਾਤਰਾ ਓੰਕਾਰਾ। ਹੁਣ 24 ਮਾਤਰਾ ਭਾਵ 24 ਵਾਰੀ ਜਿਹੜਾ ਹੈ ਓੰਕਾਰ 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 ਕਰੇ। ਜਾਪ ਕਰੈ ਤੇ ਸਮੈ ਉਚਾਰਾ। ਉਸ ਵਕਤ ਜਾਪ ਕਰੇ, ਉਹਨੂੰ ਉਚਾਰਨ ਵੇਲੇ। ਵਾਵੈ ਸੁਰਸੋਂ ਕਰਹਿ ਉਤਵਾ ਉਤਾਰਾ। 24 ਵਾਰੀ ਉੱਤੇ ਲਿਜਾ ਕੇ ਮਸਤਕ ਚ ਵਿਚਕਾਰ ਟਿਕਾ ਕੇ ਸਵਾਸਾਂ ਨੂੰ ਫਿਰ ਓੰਕਾਰ ਦਾ ਅਭਿਆਸ ਕਰਦਾ। 12 ਵਾਰੀ ਸੱਜੇ ਪਾਸਿਓਂ ਚੜ੍ਹਾ ਕੇ ਉੱਤੇ 24 ਵਾਰੀ ਟਿਕਾ ਕੇ 12 ਵਾਰੀ ਖੱਬੇ ਪਾਸਿਓਂ ਥੱਲੇ ਨੂੰ ਉਤਾਰ ਕੇ ਉਦੋਂ ਫੇਰ ਕਰੇ ਓੰਕਾਰ ਓੰਕਾਰ, ਇੱਕ ਓੰਕਾਰ। ਇਸ ਤਰ੍ਹਾਂ ਉਤਾਰਨਾ ਕਰੇ। ਇਹਦੇ ਨਾਲ ਫਾਇਦਾ ਤਾਂ ਬਹੁਤ ਹੁੰਦਾ, ਕਿਉਂਕਿ ਜਿੰਨਾ ਆਪਾਂ ਕਈ ਮਹੀਨਿਆਂ 'ਚ ਮਨ ਨੂੰ ਟਿਕਾਉਣਾ, ਇਹ ਮਹੀਨੇ ਕੁ ਦੇ ਵਿੱਚ ਹੀ ਕੰਮ ਠੀਕ ਹੋਣ ਲੱਗ ਪੈਂਦਾ। ਤਾਂ ਇਹਦੇ ਵਿੱਚ ਨੁਕਸਾਨ ਤਾਂ ਨਹੀਂ। ਅੱਜ ਕੱਲ੍ਹ ਦੇ ਸਮੇਂ 'ਚ ਸਿਰ ਦੇ ਵਿੱਚ ਕਮਜ਼ੋਰੀਆਂ ਇੰਨੀਆਂ, ਸਿਰ ਤਾਂ ਪਹਿਲਾਂ ਹੀ ਖੋਖਲੇ ਹੋਏ ਪਏ ਨੇ, ਉਹਦੇ ਕਰਕੇ ਸਿਰ ਬਹੁਤ ਕਈ ਵਾਰ ਦੁਖਣ ਲੱਗ ਜਾਂਦਾ। ਇਹ ਚੀਜ਼ਾਂ ਸਿਰਫ ਸੁਣਨੀਆਂ ਆਪਾਂ ਨੇ। ਬਾਹਲਾ ਤਕੜਾ ਸਿਰ ਹੋਵੇ ਤਾਂ ਹੀ ਕਮਾ ਸਕਦੇ ਇਹਨਾਂ ਨੂੰ। ਇਹ ਤਾਂ ਉਦੋਂ ਉਹਨੂੰ ਉਪਦੇਸ਼ ਕੀਤਾ ਠੀਕ ਹੈ। ਕੋਈ ਹੈ, ਜੇ ਮਹਾਰਾਜ ਦੀ ਕਿਰਪਾ ਹੋ ਜੇ, ਇਹਨਾਂ ਦੀ ਉਹ ਚੀਜ਼ਾਂ ਤੇ ਮਿਹਨਤ ਕਰ ਲਿਓ, ਅਲੱਗ ਗੱਲ ਹੈ। ਪਰ ਇਸ ਤਰ੍ਹਾਂ ਜਿਹੜਾ ਹੈ ਸਾਰੇ ਨਾ ਕਰਿਓ। ਬਾਹਲਾ ਜ਼ਿਆਦਾ ਸਿਰ ਦਾ ਇੱਕ ਤਾਂ ਜ਼ੋਰ ਲੱਗਦਾ, ਫਿਰ ਸਿਰ ਦੁਖਣ ਲੱਗ ਜਾਂਦਾ ਬਹੁਤ ਜ਼ਿਆਦਾ ਕਈਆਂ ਦਾ। ਕਿਉਂ? ਖੁਰਾਕ ਦਾ ਇਹ 'ਚ ਬਹੁਤ ਧਿਆਨ ਦੇਣਾ ਪੈਂਦਾ। ਜੇ ਖੁਰਾਕ ਨਾ ਖਾਧੀ, ਤੇਲ ਨਾ ਚੰਗੀ ਤਰ੍ਹਾਂ ਸਿਰ ਨੂੰ ਲਾਇਆ, ਘਿਓ ਦੇਸੀ ਮਲਣਾ ਜਾਂ ਬਦਾਮ ਰੋਗਨ ਮਲਣਾ ਪੈਂਦਾ, ਬਦਾਮ ਖਾਣੇ ਵੀ ਪੈਂਦੇ ਆ। ਅੱਛੀ ਸਿਰ ਦੀ ਮਾਲਿਸ਼ ਨਾ ਜੇ ਹੋਈ, ਸਿਰ ਖਿੱਚਿਆ ਜਾਂਦਾ ਬਹੁਤ, ਔਰ ਦਰਦ ਵੀ ਹੋਣ ਲੱਗ ਜਾਂਦਾ। ਇਹ ਚੀਜ਼ ਸਿਰਫ ਹੁਣ ਕਥਾ ਵਿੱਚ ਆਈ ਹੈ, ਸੁਣਨੀ ਹੈ। ਇਹ ਇੱਕ ਚੀਜ਼ ਹੈ ਜਿਹੜੀ ਆਪਾਂ ਨੂੰ ਗੁਰੂ ਨਾਨਕ ਸਾਹਿਬ ਨੇ ਵੈਸੇ ਬਖਸ਼ੀ ਆ, ਸਾਰਿਆਂ ਨਾਲੋਂ ਸੌਖੀ ਇਹਨਾਂ ਨਾਲੋਂ ਵੀ। ਉਹ ਹੈਗੀ ਮੂੰਹ ਨਾਲ ਵਾਹਿਗੁਰੂ ਕਹਿ ਕੇ ਕੰਨ ਨਾਲ ਸੁਣਨਾ। ਆਪਣਾ ਜ਼ਿਆਦਾਤਰ ਜਿਹੜਾ ਹੈ ਕਰਮ ਹੈ ਉਹ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਆਪਾਂ ਧੁਨੀ 'ਚ ਧਿਆਨ ਜ਼ਿਆਦਾ ਦੇਣਾ। ਜਿਵੇਂ ਉਹ ਧੁਨੀ ਹੈ ਵਾਹਿਗੁਰੂ 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 ਵਾਹਿਗੁਰੂ। ਉਹ ਕੀ ਹੈ? ਵਾਹਿਗੁਰੂ। ਉਹ ਵਾਹਿਗੁਰੂ ਕੌਣ ਹੈ? ਉਸ ਵਾਹਿਗੁਰੂ ਵਿੱਚ ਧਿਆਨ ਦਿਓ, ਕੰਨਾਂ ਨਾਲ ਸੁਣੋ, ਉਹਦਾ ਵਿਚਾਰ ਕਰੋ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਇਹ ਸਮਾਧੀ ਐਂ ਲਾਉਂਦੇ ਨੇ। ਇਹ ਥੋੜ੍ਹੀ ਹੈ ਕਠਿਨ, ਪਰ ਕਠਿਨ ਹੋਣ ਦੇ ਨਾਲ ਨਾਲ ਪ੍ਰਾਪਤੀ ਵੀ ਤਾਂ ਹੈ, ਪਰ ਦ੍ਰਿਸ਼ਟੀ ਲਈ ਥੋੜ੍ਹੀ ਔਖੀ ਹੋ ਜਾਂਦੀ ਹੈ, ਕਿਉਂਕਿ ਉਹਨੇ ਹੋਰ ਵੀ ਕੰਮ ਕਰਨੇ ਨੇ ਦਿਮਾਗ ਦੇ। ਬਹੁਤਾ ਹੀ ਸੌਖਾ ਤਰੀਕਾ ਬਸ।
ਕੰਨਾਂ ਨਾਲ ਬਾਣੀ ਸੁਣਨੀ ਧਿਆਨ ਦੇ ਕੇ, ਗੱਲ ਤਾਂ ਧਿਆਨ ਤੇ ਹੀ ਆ ਜਾਣੀ ਹੈ। ਤੇ ਇਸੇ ਕਰਕੇ ਵਾਹਿਗੁਰੂ ਮੰਤਰ ਸੁਣਨਾ, ਕੰਨਾਂ ਨਾਲ ਸੁਣਨਾ, ਬਾਣੀ ਦੀ ਕਥਾ ਸੁਣਨੀ, ਫਿਰ ਕੀਰਤਨ ਸੁਣਨਾ। ਉਹ ਕੀਰਤਨ ਦੇ ਵਿੱਚ ਧਿਆਨ ਦੇ ਕੇ ਸੁਣਨਾ। ਮੂਲ ਚੀਜ਼ ਹੁੰਦੀ ਧਿਆਨ। ਐ ਤਾਂ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਕੰਨਾਂ ਨਾਲ ਸੁਣੀ ਵੀ ਜਾਓ, ਪਰ ਉਹਦੇ ਵੱਲ ਧਿਆਨ ਨਾ ਦਿਓ। ਮੁੱਖ ਚੀਜ਼ ਧਿਆਨ ਹੈ। ਜਿਵੇਂ ਕੱਛੂ ਕੁੰਮੀ ਪਾਣੀ ਵਿੱਚ ਰਹਿ ਕੇ ਆਪਦੇ ਆਂਡੇ ਜਿਹੜੇ ਨੇ ਉਹ ਬਾਹਰ ਰੇਤੇ ਵਿੱਚ ਦੱਬ ਦਿੰਦੀ ਹੈ। ਨਦੀ ਕਿਨਾਰੇ, ਦਰਿਆ ਕਿਨਾਰੇ, ਸਮੁੰਦਰ ਕਿਨਾਰੇ, ਉੱਥੇ ਜੇ ਦੱਬ ਦਿੰਦੀ ਆ, ਪਾਣੀ ਤੋਂ ਬਾਹਰ ਤਾਂ ਨਹੀਂ ਆਉਂਦੀ। ਪਾਣੀ ਵਿੱਚ ਬੈਠੀ ਐ ਇੱਕ ਟੱਕ ਧਿਆਨ ਲਾ ਕੇ ਆਂਡਿਆਂ 'ਚ ਬੈਠੀ ਰਹਿੰਦੀ। ਉਹ ਧਿਆਨ ਦੇ ਨਾਲ ਹੀ ਆਂਡੇ ਪਕਾ ਦਿੰਦੀ ਹੈ। ਧਿਆਨ 'ਚ ਇੰਨੀ ਸ਼ਕਤੀ ਹੈ। ਸੋ ਜਿਵੇਂ ਹੈ ਊੜੇ ਊੜੇ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹ ਵੀ ਧਿਆਨ ਨਾਲ ਹੀ ਬੱਚੇ ਪਾਲ ਦਿੰਦੀ ਕੂੰਜ। ਇਸ ਤਰ੍ਹਾਂ ਜਿਹੜਾ ਧਿਆਨ ਵਿੱਚ ਸ਼ਕਤੀ ਬਹੁਤ ਹੈ। ਪਰ ਇਹ ਚੀਜ਼ਾਂ ਜੇ ਮਨ੍ਹਾ ਵੀ ਨਹੀਂ ਹੈ, ਆਪਾਂ ਜੇ ਕਰਨੀਆਂ ਹੁਣ ਕਰ ਵੀ ਸਕਦੇ ਹਾਂ, ਪਰ ਆਪਣੀ ਗਰੰਟੀ ਤੇ। ਉਸਤਾਦ ਤੋਂ ਬਿਨਾਂ ਨਾ ਇਹਨਾਂ ਨੂੰ ਕਰੇ। ਸਿਰ ਤੇ ਜੇ ਉਸਤਾਦ ਹੋਵੇ ਚੰਗਾ ਤਾਂ ਠੀਕ ਹੈ। ਜੇ ਵਿਚਾਰਾ ਉਸਤਾਦ ਨੂੰ ਨਹੀਂ ਪਤਾ ਕਿਸੇ ਗੱਲ ਦਾ, ਦੱਸਣ ਵਾਲੇ ਨੂੰ, ਉਹ ਬੰਦਾ ਅੱਗੇ ਡੋਬ ਬੈਠਦਾ। ਕਈ ਵਾਰ ਕਾਮਯਾਬ ਨਹੀਂ ਹੁੰਦਾ, ਕਈ ਵਾਰ ਸਿਰ ਖਿੱਚਿਆ ਜਾਂਦਾ, ਦੁਖਣ ਲੱਗ ਜਾਂਦਾ, ਜਾਂ ਸਿਰ ਨੂੰ ਕੋਈ ਰੋਗ ਲੱਗ ਜਾਂਦਾ। ਇਸ ਤਰ੍ਹਾਂ ਇਹਨਾਂ ਸਾਧਨਾਂ ਨੂੰ ਸੁਣਨਾ, ਇਹ ਹੈ ਜਨਰਲ ਨੌਲੇਜ ਹੈ। ਇਹਨਾਂ ਦੀ ਨੌਲੇਜ ਲੈ ਲਈ ਆਪਾਂ ਨੇ। ਹਾਂ, ਇਹਨਾਂ ਨੂੰ ਜੇ ਸ਼ੁਰੂ ਕਰਨਾ ਹੋਵੇ ਤਾਂ ਹਮੇਸ਼ਾ 2-3 ਮਿੰਟ ਦਾ ਧਿਆਨ ਲਾ ਕੇ ਫਿਰ ਛੱਡ ਦੇਵੇ। 2-3 ਮਿੰਟ 4 ਮਿੰਟ ਲਾ ਕੇ ਫਿਰ ਛੱਡ ਦੇਵੇ। 15-20 ਦਿਨਾਂ ਬਾਅਦ ਫਿਰ 3-4 ਮਿੰਟ ਦਾ ਧਿਆਨ, ਮਿੰਟ ਵਧਾਉਣਾ ਇਹਦੇ 'ਚ। 3-4 ਮਿੰਟ ਧਿਆਨ ਲਾਇਆ ਫਿਰ ਛੱਡ। ਕਿਉਂਕਿ ਹੈਬਿਟ ਨਹੀਂ। ਬਚਪਨ ਤੋਂ ਲੈ ਕੇ ਜੇ ਧਿਆਨ ਲਾਉਣ ਲੱਗ ਜੇ 5-6 ਸਾਲ ਦੀ ਉਮਰ ਵਿੱਚ, ਉਹਨੂੰ ਆਦਤ ਪੈ ਜਾਂਦੀ, ਉਹਨੂੰ ਨਹੀਂ ਇੰਨਾ ਮਹਿਸੂਸ ਹੁੰਦਾ। ਜੇ ਹੁਣ ਅੱਜ ਨਵੇਂ ਕਿਸੇ ਨੇ ਸੁਣਿਆ, ਸਿਰ ਤਾਂ ਪਹਿਲਾਂ ਹੀ ਕਮਜ਼ੋਰ ਹੈ, ਤੇ ਉਹ ਧਿਆਨ ਲਾਉਣ ਬਹਿ ਗਿਆ, ਫਿਰ ਉਹਦੇ ਲਈ ਮੁਸੀਬਤ ਖੜੀ ਹੋ ਜਾਣੀ ਹੈ। ਇਸ ਕਰਕੇ ਇਹ ਚੀਜ਼ ਹੁਣ ਇਕੱਲਾ ਇੱਥੇ ਨਹੀਂ ਆਉਂਦੀ ਰੁਕਾਵਟ, ਉਹਨਾਂ ਨੂੰ ਵੀ ਆਉਂਦੀ ਜਿਹੜੇ ਅਭਿਆਸੀ ਸਿਮਰਨ ਕਰਦੇ। ਵੈਸੇ ਹੀ ਸਿਮਰਨ ਕਰਦਿਆਂ ਵੀ ਕਈ ਵਾਰ ਫਿਰ ਸਿਰ 'ਚ ਬਹੁਤ ਦਰਦ ਹੁੰਦਾ, ਇੰਨਾ ਦਰਦ ਕਿ ਸਹਾਰਿਆ ਨਹੀਂ ਜਾਂਦਾ। ਉਹਦੇ ਵਿੱਚ ਵੀ ਅੰਦਰੋਂ ਕਪਾਟ ਜਦੋਂ ਖੁੱਲ੍ਹਣੇ ਸ਼ੁਰੂ ਹੁੰਦੇ ਨੇ, ਨਾੜਾਂ ਖੁੱਲ੍ਹਦੀਆਂ ਨੇ, ਉਹ ਵੀ ਫਿਰ ਸਾਰਾ ਕੁਝ ਦੱਸਣਾ ਹੀ ਪੈਂਦਾ ਉਹਨੂੰ ਵੀ ਆਹ ਹੁਣ ਸਿਰ ਨੂੰ ਮਾਲਸ਼ ਕਰੋ। ਕਈ ਸੁੱਕਾ ਹੀ ਕੰਮ ਦੱਬੀ ਰੱਖਦੇ ਨੇ। ਉਹੋ ਜਿਹੇ ਵੀ ਸਾਡੇ ਕੋਲ ਆਉਂਦੇ ਰਹਿੰਦੇ ਨੇ, ਕੰਨਾਂ 'ਚੋਂ ਖੂਨ ਆ ਗਿਆ ਜੀ, ਨੱਕ 'ਚੋਂ ਖੂਨ ਆ ਗਿਆ ਜੀ, ਸਾਨੂੰ ਆਹ ਤਕਲੀਫ ਹੋ ਗਈ ਜੀ। ਰੱਬ ਨੂੰ ਮਿਲਣ ਦਾ ਸ਼ੌਂਕ ਹੈ, ਪਰ ਸਰੀਰ ਨਹੀਂ ਸਾਂਭਿਆ ਗਿਆ। ਸਰੀਰ ਦੇ ਉੱਤੇ ਸਿਰ 'ਤੇ ਮਾਲਸ਼ ਕਰਨੀ ਚੰਗੀ ਤਰ੍ਹਾਂ, ਬਦਾਮ ਰੋਗਨ ਦੀ ਜਾਂ ਕਿਸੇ ਠੰਡੇ ਤੇਲ ਦੀ ਜਾਂ ਅੱਛੇ ਕੋਈ ਤੇਲ ਦੀ, ਬਦਾਮ ਦੀਆਂ ਗਿਰੀਆਂ ਭਿਉਂ ਕੇ ਖਾਣੀਆਂ, 5 ਕੁ ਮੱਖਣ ਵਿੱਚ ਖਾਣੀਆਂ, ਜਾਂ ਅੰਜੀਰਾਂ ਹੁੰਦੀਆਂ ਇੱਕ, ਉਹ ਵਿੱਚ ਪਾ ਕੇ ਖਾਣੀਆਂ। ਦਿਮਾਗੀ ਤਾਕਤ ਵੀ ਤਾਂ ਬਹੁਤ ਚਾਹੀਦੀ ਆ ਨਾ ਇਹਦੇ ਵਾਸਤੇ। ਏ ਵਿਟਾਮਿਨ ਦੀ ਬਹੁਤ ਲੋੜ ਹੁੰਦੀ। ਏ ਵਿਟਾਮਿਨ ਵਾਲੀਆਂ ਚੀਜ਼ਾਂ ਖਾਣੀਆਂ ਬਹੁਤੀਆਂ। ਪੁਰਾਣੇ ਜਿਹੜੇ ਆਪਣੇ ਸੰਤ ਮਹਾਤਮਾ, ਬਹੁਤ ਅਭਿਆਸ ਕਰਨ ਵਾਲੇ, ਚਾਰੇ ਪਾਸੇ ਕੱਪੜਾ ਬੰਨ੍ਹ ਕੇ ਵਿਚਾਲੇ ਸਿਰ ਦੇ ਮੱਖਣ ਦਾ ਪੇੜਾ ਰੱਖ ਲੈਂਦੇ ਦਸਮ ਦੁਆਰ ਦੇ ਉੱਤੇ, ਉਹ ਸਾਰਾ ਹੀ ਖਤਮ ਹੋ ਜਾਂਦਾ ਹੁੰਦਾ। ਇਸ ਤਰ੍ਹਾਂ ਕਰਨ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਵਿੱਚ ਕਾਫੀ ਗੌਰ ਦੀ ਲੋੜ ਹੈ, ਉਸਤਾਦ ਦੀ ਲੋੜ ਹੈ। ਜਾਂ ਫਿਰ ਥੋੜਾ ਕਰਕੇ ਵਧਾਵੇ। ਮਿੰਟ, ਸਿਰਫ 1 ਮਿੰਟ 2 ਮਿੰਟ 1-2 ਮਿੰਟ 1-2 ਮਿੰਟ ਵਧਾਉਂਦੇ ਜਾਵੇ, ਫਿਰ ਇਹਦੀ ਆਦਤ ਬਣ ਜਾਂਦੀ। ਨਾਲ ਅਭਿਆਸ ਕਰੀ ਜਾਵੇ, ਜਾਂ ਫਿਰ ਇਕੱਲੀ ਬਾਣੀ ਪੜ੍ਹੀ ਜਾਵੇ, ਬਸ ਵਾਹਿਗੁਰੂ ਮੰਤਰ ਕਰੀ ਜਾਵੇ, ਫਿਰ ਵੀ ਕਿਰਪਾ ਹੋ ਜਾਂਦੀ ਹੈ। ਦਵਾਦਸ ਮਾਤਰਾ ਜਪ ਓੰਕਾਰਾ। ਇਹ ਦਵਾਦਸ ਹੁੰਦੀ 12 ਮਾਤਰਾ ਸਵਾਸਾਂ ਨੂੰ ਉਤਾਰਨ ਵੇਲੇ ਫਿਰ ਜਪਣਾ। ਜਿਵੇਂ ਸੱਜੀ ਸੁਰ ਵਿੱਚੋਂ ਪਹਿਲਾਂ ਕਿਹਾ, ਸਵਾਸ ਖੱਬੀ ਸੁਰ ਦੇ ਉੱਤੇ ਹੱਥ ਰੱਖ ਕੇ, ਅੰਗੂਠਾ ਰੱਖ ਕੇ, ਸੱਜੀ ਸੁਰ 'ਚੋਂ ਇੰਨਾ ਸਵਾਸ ਪਕਾਉਣਾ ਪੈਂਦਾ।
ਵੀ ਉੱਤੇ ਨੂੰ ਹੌਲੀ ਹੌਲੀ ਸਵਾਸ ਕਹਿੰਦੇ ਆ ਓੰਕਾਰ ਓੰਕਾਰ ਓੰਕਾਰ। ਇੱਕ ਸਾਹੇ 12 ਵਾਰੀ ਕਹਿ ਕੇ 24 ਵਾਰੀ ਉੱਤੇ ਲਿਜਾ ਕੇ ਓੰਕਾਰ ਕਹਿ ਕੇ 12 ਵਾਰੀ ਖੱਬੇ ਪਾਸਿਓਂ ਥੱਲੇ ਨੂੰ ਲਾਹੇ ਕਹਿ ਕੇ, ਤਾਂ ਫਿਰ ਇਹ ਅਭਿਆਸ ਛੋਟਾ ਜਿਹਾ ਨਹੀਂ ਹੈ, ਇਹ ਅਸਲ ਵਿੱਚ ਹੈ ਬਹੁਤ। ਇਹ ਆਪਣੀ ਤਾਂ MA ਤੋਂ ਵੀ ਉੱਤੇ ਦਾ ਹਿਸਾਬ ਕਿਤਾਬ ਹੈ। ਜਿਹੜੇ ਸਾਡੇ ਨਾਲ ਸਿੰਘ ਰਹਿੰਦੇ ਰਹੇ ਆ ਉਹ ਇਹ ਅਭਿਆਸ ਕਰਦੇ, ਉਦੋਂ ਜਦੋਂ ਕਾਫੀ ਬਿਰਤੀ ਪੱਕ ਜਾਂਦੀ ਕਰਦੇ ਰਹੇ ਨੇ। ਉਹ ਫਿਰ ਸਵਾਸਾਂ ਨਾਲ ਜਦੋਂ ਕਰਦੇ ਸੀ ਤਾਂ ਅਸੀਂ ਵੀ ਦੇਖਦੇ ਰਹਿੰਦੇ ਸੀ ਉਹਨਾਂ ਨੂੰ ਵੀ ਕਿਵੇਂ ਕਰਦੇ ਨੇ। ਤੁਸੀਂ ਹੈਰਾਨ ਹੋ ਜਾਓਗੇ ਇਸ ਗੱਲ ਨੂੰ ਸੁਣ ਕੇ ਵੀ ਸਾਡੇ ਇੱਕ ਸਿੰਘ ਹੁੰਦਾ ਸੀ ਨਾਲ ਅਭਿਆਸੀ, ਉਹ ਅਭਿਆਸ ਕਰਦਾ ਸਵਾਸ ਲੈਣਾ ਨਹੀਂ ਛੇਤੀ, ਜਪਜੀ ਸਾਹਿਬ ਕਰੀ ਜਾਣਾ ਸੁਰਤੀ ਨਾਲ। ਉਹ ਅਮੁੱਲ ਗੁਣ ਤੱਕ ਇੱਕ ਸਵਾਸ ਵਿੱਚ ਹੀ ਚਲਿਆ ਜਾਂਦਾ ਸੀ। ਦੂਜੇ ਸਵਾਸ ਵਿੱਚ ਜਿੰਨੀ ਨਾਮ ਤੇ ਆਇਆ ਉਹ 1 ਮਿੰਟ 'ਚ ਜਪਜੀ ਸਾਹਿਬ ਹੋ ਜਾਂਦਾ ਉਹਦੇ ਨਾਲ। ਫਿਰ ਸਵਾਸ ਬੜਾ ਲੰਬਾ ਸੀ। ਉਹਨੇ ਸਾਡੇ ਦੇਖਦਿਆਂ 125 ਕੁ ਪਾਠ ਜਪਜੀ ਸਾਹਿਬ ਦੇ ਕਰਕੇ 2 ਘੰਟਿਆਂ ਨੂੰ ਉੱਠ ਵੀ ਖੜ੍ਹਨਾ। ਬਸ ਤਕੜਾ ਅਭਿਆਸੀ ਸੀ ਉਹ, ਮਾੜਾ ਮੋਟਾ ਨਹੀਂ ਸੀ। ਸਾਰੀ ਰਾਤ ਹਰਿਮੰਦਰ ਸਾਹਿਬ 10 ਵਜੇ ਪਾਣੀ 'ਚ ਖੜ੍ਹਦਾ ਸੀ, 4 ਵਜੇ ਸਵੇਰੇ ਨਿਕਲਦਾ ਸੀ। ਫਿਰ ਉਹ ਕਿਉਂਕਿ ਇਹ ਗਾਹਾਂ ਜਿਉਂ ਬੰਦਾ ਧਾਰਮਿਕ ਤੌਰ ਤੇ ਭਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਇੱਧਰਲੇ ਪਾਸੇ ਵੀ ਬੰਦਾ ਅਮੀਰ ਹੁੰਦਾ ਜਾਂਦਾ, ਅਭਿਆਸ ਵਿੱਚ ਵੀ ਕਾਫੀ ਅਮੀਰੀ ਆ ਜਾਂਦੀ ਹੈ। ਇਸ ਤਰ੍ਹਾਂ ਕਰਨ ਦੇ ਨਾਲ ਹੁਣ ਜਿਹੜੇ ਗ੍ਰਸਤੀ ਬੰਦੇ ਆ ਜਾਂ ਆਮ ਜੇ ਬੰਦੇ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਪਾਈਆਂ ਸੁਣ ਕੇ ਕਹਿੰਦੇ ਲੈ ਇਹ ਗੱਲਾਂ ਮਾਰੀ ਜਾਂਦਾ, ਇਹ ਗੱਲ ਹੁੰਦੀ ਨਹੀਂ, ਇਸ ਤਰ੍ਹਾਂ ਨਹੀਂ ਹੁੰਦੀ। ਇਹ ਬਈ ਗੱਲ ਇਹ ਬਹੁਤ ਵੱਡੀ ਸਾਇੰਸ ਆ ਆਪਣੀ। ਇੱਥੇ ਤੱਕ ਤਾਂ ਆਮ ਬੰਦਾ ਜਾਂਦਾ ਹੀ ਨਹੀਂ। ਵਿਚਾਰੇ ਜਪਜੀ ਸਾਹਿਬ ਦਾ ਪਾਠ ਤਾਂ ਮਸਾਂ ਕਰਦੇ ਆ, ਇਹਨਾਂ ਨੇ ਕੀ ਅਭਿਆਸ ਕਰਨਾ ਜਾਂ ਟਿਕਾਉਣਾ। ਪਰ ਇਹ ਨਹੀਂ ਕਿ ਸਾਰੇ ਹੀ ਨਹੀਂ ਕਰਦੇ, ਫਿਰ ਵੀ ਰੱਬ ਦੇ ਪਿਆਰੇ ਬਹੁਤ ਬੈਠੇ ਆ, ਹੁਣ ਵੀ ਬੈਠੇ, ਇਹ ਬਹੁਤ ਕਮਾਈ ਕਰਦੇ ਨੇ। ਰੇਚਕ ਜਾਂ ਕੋ ਨਾਮ ਕਹੀਜੈ, ਇਹ ਥੱਲੇ ਨੂੰ ਜਿਹੜੇ ਸਵਾਸ ਉਤਾਰਨੇ ਨੇ ਇਹਨਾਂ ਨੂੰ ਰੇਚਕ ਕਹਿੰਦੇ ਨੇ। ਪਹਿਲਾਂ ਸੀਗਾ ਉੱਪਰ ਨੂੰ ਸਵਾਸ ਚੜਾਉਣਾ, ਪੂਰਕ, ਟਿਕਾਉਣ ਨੂੰ ਕਹਿੰਦੇ ਕੁੰਭਕ, ਰੇਚਕ। ਇਹ ਅਵਸਥਾਵਾਂ ਸਿੱਧ ਗੋਸ਼ਟ ਬਾਣੀ 'ਚ ਆਉਂਦੀਆਂ ਕਾਫੀ। ਗੁਰਬਾਣੀ ਅੰਦਰ ਸਹਿਜ ਪਾਠ ਕਰਦੇ ਆ, ਜੇ ਕੋਈ ਸਹਿਜ ਪਾਠ ਕਰਦਾ ਹੋਵੇ ਉਹਨੂੰ ਪਤਾ ਗੁਰਬਾਣੀ ਅੰਦਰ ਇਹ ਅੱਖਰ ਆਉਂਦੇ ਨੇ ਪੂਰਕ, ਕੁੰਭਕ, ਰੇਚਕ। ਇਹ ਜਦੋਂ ਅੱਖਰ ਆਉਂਦੇ ਉਦੋਂ ਆਪਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਹ ਕੀ ਕਹਿ ਗਏ, ਪੂਰਕ, ਕੁੰਭਕ, ਰੇਚਕ ਕਿਹਨੂੰ ਕਹਿ ਗਏ। ਪਰ ਇਹ ਸੁਣਨ ਨਾਲ ਆਪਾਂ ਨੂੰ ਪਤਾ ਲੱਗਣਾ, ਕਿਉਂਕਿ ਹੁਣ ਜਦੋਂ ਪੰਕਤੀ ਆਵੇਗੀ ਬਾਣੀ 'ਚ ਸਿੱਧਾ ਕਿ ਆਸਣ ਜੇ ਕਮਾਵੇ, ਉੱਥੇ ਫਿਰ ਇਹ ਗੱਲ ਆਪਾਂ ਊਂ ਪੜ੍ਹ ਕੇ ਲੰਘ ਜਾਣੀ। ਪਰ ਜੇ ਸੁਣੀ ਹੋਵੇ ਤਾਂ ਪਤਾ ਹੁੰਦਾ ਵੀ ਹਾਂ ਇਹ ਗੱਲ ਕਥਾ 'ਚ ਆਈ ਸੀ। ਕਾਫੀ ਚੀਜ਼ਾਂ ਗੁਰਬਾਣੀ ਅੰਦਰ ਜਦੋਂ ਆਉਂਦੀਆਂ ਨੇ ਫਿਰ ਇਹਨਾਂ ਗੱਲਾਂ ਦਾ ਉੱਥੇ ਜਾ ਕੇ ਆਪਾਂ ਨੂੰ ਬਾਣੀ ਪੜ੍ਹਦੇ ਆ ਗਿਆਨ ਹੁੰਦਾ। ਸਨੈ ਸਨੈ ਜੋ ਛੋਡਨ ਕੀਜੈ, ਹੌਲੀ ਹੌਲੀ ਫਿਰ ਸਵਾਸਾਂ ਨੂੰ ਥੱਲੇ ਨੂੰ ਹੌਲੀ ਹੌਲੀ ਛੱਡਦਾ। ਇਹ ਵੀ ਕਿਹੜਾ ਸੌਖਾ, 12 ਵਾਰੀ ਚੜਾਉਣਾ, 24 ਵਾਰ ਟਿਕਾਉਣਾ ਤੇ 12 ਵਾਰੀ ਲਾਉਣਾ ਕਿਹੜਾ ਸੌਖਾ। ਇਹ ਵੀ ਚੀਜ਼ ਬਹੁਤ ਔਖੀ ਹੈ। ਇਹ ਤਾਈਓ ਕਿਹਾ ਕਿ ਸੌਖਾ ਜਿਹਾ ਕੰਮ ਹੈ। ਕੀਰਤਨ ਸੁਣ ਲਓ, ਕਥਾ ਸੁਣ ਲਓ, ਬਾਣੀ ਪੜ੍ਹੀ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਵਾਹਿਗੁਰੂ ਮੰਤਰ ਵਿੱਚ ਇਹ ਤਾਕਤ ਹੈ ਵੀ ਬਿਨਾਂ ਇਹਦੇ ਕੀਤਿਆਂ ਵੀ ਇਹੀ ਅਵਸਥਾ ਬਣ ਜਾਂਦੀ ਹੈ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਕਈ ਇਸ ਤਰ੍ਹਾਂ ਵੀ ਕਰ ਲੈਂਦੇ ਨੇ, ਕਈ ਵੈਸੇ ਵੀ ਕਰ ਲੈਂਦੇ ਨੇ। ਰਸਤੇ ਦੋਨੋਂ ਹੀ ਨੇ। ਪਰ ਜੇ ਕੋਈ ਕਰਨਾ ਚਾਹੇ ਉਹਨੂੰ ਰੁਕਾਵਟ ਵੀ ਨਹੀਂ, ਕਿਉਂਕਿ ਸਰੀਰਾਂ ਦੀ ਬਣਤਰ ਦੁਨੀਆ 'ਚ ਅਲੱਗ-ਅਲੱਗ ਕਿਸਮ ਦੀ ਹੈ। ਤੈਸੇ ਹੀ ਬਾਈ ਤੇ ਦਾਏ, ਇਸੇ ਤਰ੍ਹਾਂ ਫਿਰ ਖੱਬੇ ਸਵਾਸ ਚੜਾ ਕੇ ਨੱਕ 'ਚੋਂ ਦਾएं ਪਾਸੇ ਉਤਾਰੇ, ਦਾਈ ਤੇ ਬਾਈ ਸੋ ਚੜਾਏ। ਫਿਰ ਦਾएं ਨੱਕ 'ਚੋਂ ਚੜਾ ਕੇ ਟਿਕਾ ਕੇ ਉੱਪਰ ਫਿਰ ਬਾएं 'ਚੋਂ ਉਤਾਰੇ। ਖੁੱਲੈ ਰਾਹੇ ਤਰਕੁਟੀ ਇਸ ਢਾਰਾ, ਇਸ ਤਰੀਕੇ ਨਾਲ ਜਿਹੜੀ ਹੈ ਨਾ ਭਰਵੱਟਿਆਂ ਦੇ ਵਿਚਕਾਰ ਦੀ ਥਾਂ ਉੱਪਰਲੇ ਪਾਸੇ ਥੋੜ੍ਹੀ ਜਿਹੀ ਇੱਥੇ ਆਗਿਆ ਚੱਕਰ ਤੋਂ ਉੱਪਰ ਤ੍ਰਿਕੁਟੀ ਹੁੰਦੀ ਹੈ। ਉਹ ਤ੍ਰਿਕੁਟੀ ਖੁੱਲ ਜਾਂਦੀ ਹੈ। ਬਾਣੀ ਅੰਦਰ ਭਗਤ ਕਬੀਰ ਜੀ ਕਹਿੰਦੇ ਤ੍ਰਿਕੁਟੀ ਛੂਟੈ, 10ਵਾਂ ਦਰ ਖੁੱਲ੍ਹੈ, ਤਾਂ ਮਨ ਖੀਵਾ ਭਾਈ। ਹੈ ਬਾਣੀ ਅੰਦਰ ਸਾਰਾ ਕੁਝ। ਜਦ ਸਹਿਜ ਪਾਠ ਕਰੋ, ਗੁਰਬਾਣੀ ਪੜ੍ਹੋ ਤਾਂ ਇਹ ਗੱਲਾਂ ਆਉਂਦੀਆਂ।
ਭਗਤਾਂ ਦੀ ਬਾਣੀ ਵਿੱਚ ਇਹ ਚੀਜ਼ ਕਾਫੀ ਹੁੰਦੀ, ਮਹਾਰਾਜ ਦੀ ਬਾਣੀ ਵਿੱਚ ਵੀ ਆਉਂਦੀ ਹੈ। ਪਰ ਸਤਿਗੁਰੂ ਨੇ ਉਹ ਭਗਤਾਂ ਦੀ ਬਾਣੀ ਵਿੱਚ ਜੋ ਕੁਝ ਭਗਤਾਂ ਨੇ ਪਹਿਲਾਂ ਕਮਾਇਆ ਸੀ, ਗੁਰੂ ਨਾਨਕ ਦੇਵ ਜੀ ਨੇ ਸੌਖਾ ਕੀਤਾ ਉਹਨੂੰ। ਗੁਰੂ ਅੰਗਦ ਦੇਵ ਜੀ ਨੇ ਉਦੋਂ ਵੀ ਹੋਰ ਸੌਖਾ ਰਸਤਾ ਦੱਸਿਆ। ਤੀਜੇ ਪਾਤਸ਼ਾਹ ਨੇ ਫਿਰ ਸੇਵਾ ਦਾ ਹੀ ਰਾਹ ਦੱਸਿਆ। ਇਸ ਤਰ੍ਹਾਂ ਕਰਨ ਦੇ ਨਾਲ ਗੁਰਸਿੱਖ ਦਾ ਸਾਰਿਆਂ ਨਾਲੋਂ ਵੱਡਾ ਕੀ ਚੀਜ਼ ਹੈ? ਸੇਵਾ ਅਤੇ ਸਿਮਰਨ ਕਰਨਾ। ਸੁਤੇ ਸਿੱਧੀ ਇਹ ਚੀਜ਼ਾਂ ਖੁੱਲ੍ਹ ਜਾਂਦੀਆਂ ਆਪਣੇ ਆਪ ਹੀ, ਜਦੋਂ ਬਹੁਤਾ ਅਭਿਆਸ ਕਰੀਏ। ਠਹਿਰੈ ਪ੍ਰਾਣ ਜੇ ਦਸਵੇਂ ਦੁਆਰਾ, ਪ੍ਰਾਣ ਜਿਹੜੇ ਜਾ ਕਰਕੇ 10ਵੇਂ ਦੁਆਰ ਦੇ ਵਿੱਚ ਟਿਕ ਜਾਂਦੇ ਹਨ, ਤਵੈ ਅਨਾਹਦ ਕੀਰਤਨ ਖੁੱਲ੍ਹਾ ਹੈ। ਉਦੋਂ ਅਨਾਹਦ ਸ਼ਬਦ ਦੀ ਧੁਨੀ ਖੁੱਲ੍ਹਦੀ ਹੈ। ਫੇਰ ਜਾ ਕਰਕੇ ਇਹ ਸੁਤੇ ਸਿੱਧ ਵੀ ਖੁੱਲ੍ਹ ਜਾਂਦੀ ਬਾਣੀ ਨਾਲ, ਇਸ ਤਰ੍ਹਾਂ ਮਿਹਨਤ ਕੀਤਿਆਂ ਵੀ ਖੁੱਲ੍ਹ ਜਾਂਦੀ ਹੈ। ਫਿਰ ਉਸ ਵਕਤ ਉਹਨੂੰ ਆਪਣੇ ਅੰਦਰੋਂ ਸ਼ਬਦ ਦੀ ਆਵਾਜ਼ ਔਰ ਬਹੁਤ ਸਾਰੀਆਂ ਆਵਾਜ਼ਾਂ, ਕਿਉਂਕਿ ਇਹ ਆਮ ਤੌਰ 'ਤੇ ਕਥਾਵਾਚਕ ਦੱਬ ਜਾਣਗੇ ਇਹਨਾਂ ਗੱਲਾਂ ਨੂੰ, ਕਹਿਣਗੇ ਜੋਗ ਮਤ ਹੈ। ਉਹ ਤਾਂ ਠੀਕ ਆ, ਤੁਸੀਂ ਤਾਂ ਦੱਬ ਲਈਆਂ, ਪਰ ਜਦ ਕੋਈ ਬੰਦਾ ਬਹੁਤ ਅਭਿਆਸ ਕਰਦਾ, ਖੁੱਲ੍ਹਣਾ ਫੇਰ ਇਹ ਨਹੀਂ ਆ। ਫਿਰ ਉਹਨੇ ਤੁਹਾਨੂੰ ਹੀ ਪੁੱਛਣਾ, ਫਿਰ ਉਹਨੇ ਦੱਸਣਾ ਨਹੀਂ, ਕਹਿੰਦਾ ਇਹ ਪਤਾ ਨਹੀਂ, ਉਹੀ ਤੈਨੂੰ ਕੰਨ ਖਰਾਬ ਹੋਣੇ ਤੇਰੇ, ਐਂ ਕਹਿ ਛੱਡਦੇ ਆ। ਪਰ ਕਈ ਵਾਰੀ ਇਹ ਫਿਰ ਸਾਨੂੰ ਤੋ ਐਸਾ ਹੈ ਕਿ ਕੰਨ ਦੇ ਖੱਬੇ ਕੰਨ 'ਚੋਂ ਸ਼ਰਵਣ ਹੁੰਦਾ, ਸੱਜੇ ਵਿੱਚ ਜੇ ਕੋਈ ਆਵਾਜ਼ ਆਵੇ ਸ਼ੀਂ ਸ਼ੀਂ ਸ਼ਾਂ ਸ਼ਾਂ ਦੀ, ਉਹ ਸੱਜੇ ਪਾਸੇ ਉਹਦਾ ਮਤਲਬ ਸਿਰ 'ਚ ਖੁਸ਼ਕੀ ਹੋ ਗਈ, ਦਵਾਈ ਲਾਓ ਜਾਂ ਸਿਰ ਨੂੰ ਤੇਲ ਮਲੋ। ਪਰ ਜੇ ਖੱਬੇ ਕੰਨ ਵਿੱਚੋਂ ਹੀ ਸ਼ਰਵਣ ਹੋਣ, ਬਹੁਤ ਸਾਰੀਆਂ ਦੂਰ ਦਰਾਡੇ, ਕਈ ਵਾਰ ਇਉਂ ਲੱਗਦਾ ਰਾਤ ਨੂੰ ਘੰਟੀਆਂ ਵੱਜਦੀਆਂ ਕਿਤੇ। ਮੈਂ ਹੁਣ ਸਾਰੀ ਗੱਲ ਦੱਸ ਹੀ ਦਿੰਦਾ, ਫਿਰ ਇਹ ਕਿਉਂਕਿ ਇੰਨਿਆਂ ਨੂੰ ਕਿੱਥੇ ਮੈਂ ਟੈਲੀਫੋਨ 'ਤੇ ਦੱਸੀ ਜਾਊਂਗਾ। ਕਈ ਪੁੱਛਦੇ ਰਹਿੰਦੇ ਮੈਨੂੰ, ਐਂ ਘੰਟੇ ਜਿਹੀ ਸੁਣਦੀ ਆ। ਮੈਨੂੰ ਕਹੀਦਾ ਠੀਕ ਆ ਸ਼ੁਰੂ ਆ ਕੰਮ ਤੇਰਾ। ਕਈਆਂ ਨੂੰ ਕੀਰਤਨ ਸੁਣਦਾ, ਕਈਆਂ ਨੂੰ ਵਾਹਿਗੁਰੂ ਮੰਤਰ ਸੁਣਦਾ ਤੜਕੇ 2-3 ਵਜੇ। ਸੋ ਜਦੋਂ ਟਿਕਾਓ ਵਿੱਚ ਬੈਠਦੇ ਨੇ, ਉਦੋਂ ਇਉਂ ਲੱਗਦਾ ਦੂਰ ਕਿਤੇ ਕੀਰਤਨ ਹੋ ਰਿਹਾ, ਕਿਤੇ ਸ਼ਬਦ ਦੀ ਆਵਾਜ਼ ਆਉਂਦੀ, ਕਿਤੇ ਬਾਣੀ ਦੀ ਆਵਾਜ਼ ਆਉਂਦੀ, ਢੋਲਕੀਆਂ ਛੈਣੇ ਖੜਕਦੇ ਸੁਣਦੇ ਨੇ। ਤਾਂ ਮੇਰੇ ਨਾਲ ਤਾਂ ਅਭਿਆਸੀ ਸਾਰੇ ਰਹੇ ਇਹ 'ਚ, ਮੈਂ ਦੇਖ ਲੈਂਦਾ ਹੁੰਦਾ ਸੀ ਉਹਨਾਂ ਨੂੰ। ਉਹ ਕਹਿੰਦਾ ਰਾਤ ਨੂੰ ਅਸੀਂ ਪੰਜੋਖਰਾ ਸਾਹਿਬ ਸੁੱਤੇ ਪਏ, ਕਹਿੰਦਾ ਰਾਤ 1 ਵਜੇ ਇਹੀ ਅਭਿਆਸੀ ਜਿਹੜਾ ਜਿਹਦੀ ਗੱਲ ਕੀਤੀ ਹੈ, ਰਾਤ ਨੂੰ ਕਹਿੰਦਾ 1 ਵਜੇ ਮੈਨੂੰ ਇਉਂ ਲੱਗਿਆ ਜਿਵੇਂ ਸੰਗਤ ਸ਼ਬਦ ਪੜ੍ਹਦੀ ਆਉਂਦੀ ਹੁੰਦੀ ਅਤੇ ਢੋਲਕੀਆਂ ਛੈਣੇ ਜੇ ਵੱਜਦੇ ਆ। ਕਹਿੰਦਾ ਮੈਂ ਉੱਠ ਕੇ ਬੈਠਾ ਖੱਬਾ ਸੱਜਾ, ਉੱਥੇ ਤਾਂ ਹੁਣ ਹਨੇਰਾ ਹੀ ਸੀ ਪੰਜੋਖਰਾ ਸਾਹਿਬ, ਤਾਂ ਸਾਰੇ ਪਾਸੇ ਖੇਤ ਹੀ ਖੇਤ ਨੇ। ਫੇਰ ਪੈ ਗਿਆ, ਉਹ ਫੇਰ ਆਵਾਜ਼ ਆਈ, ਫੇਰ ਪੈ ਗਿਆ। ਤੇ ਤੀਜੀ ਵਾਰੀ ਉੱਠਿਆ ਤਾਂ ਕਹਿੰਦਾ ਐਨ ਚਿੱਟਾ ਪ੍ਰਕਾਸ਼ ਹੋਇਆ। ਕਹਿੰਦਾ ਮੈਨੂੰ ਥੋੜ੍ਹਾ ਜਿਹਾ ਹੰਕਾਰ ਹੋ ਗਿਆ। ਉਦੋਂ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ 101 ਜਪਜੀ ਸਾਹਿਬ ਕਰਦੇ ਸੀ, ਇਹ ਵੀ 101 ਕਰਦਾ ਸੀ। ਸੰਤ ਕਰਤਾਰ ਸਿੰਘ ਵੇਲੇ ਦੀ ਗੱਲ ਹੈ। ਕਹਿੰਦਾ ਮੈਂ ਕਿਹਾ ਫਿਰ ਤੇਰਾ ਕੰਮ ਖਰਾਬ ਕਿਵੇਂ ਹੋਇਆ? ਕਹਿੰਦਾ ਮੇਰੇ ਮਨ 'ਚ ਆ ਗਿਆ ਵੀ ਮੈਂ ਵੀ ਹੁਣ ਜਰਨੈਲ ਸਿੰਘ ਨਾਲ ਅੱਗੇ ਲੰਘ ਜਾਣਾ। ਕਹਿੰਦਾ ਉੱਥੇ ਹੀ ਟੁੱਟ ਗਿਆ ਸਾਰਾ ਕੁਝ, ਉਹ ਹਉਮੈ ਹੋ ਗਈ। ਮੈਂ ਸਵੇਰੇ ਜਾਂ ਰੋਂਦਾ, ਮੈਂ ਖੇਤਾਂ 'ਚ ਲੈ ਗਿਆ ਜਦ ਕਥਾ ਤੋਂ ਬਾਅਦ, ਨਾਲੇ ਰੋਵੇ ਨਾਲੇ ਗੱਲ ਦੱਸੇ। ਅਸੀਂ ਭਾਵੇਂ ਹੁਣ ਜਾਣ ਜਿਹੇ ਹਾਂ, ਮੈਨੂੰ ਇੰਨਾ ਨਹੀਂ ਪਤਾ, ਨਾ ਮੈਨੂੰ ਅੰਦਰ ਪ੍ਰਕਾਸ਼, ਨਾ ਕੋਈ ਨੌਲੇਜ ਮੈਨੂੰ, ਪਰ ਕੁਦਰਤੀ ਹੋਈ ਆ ਬਸ, ਅਨੁਭਵ ਦੇ ਨਾਲ ਹੀ ਦੱਸ ਦਈਦਾ। ਮੈਂ ਉਹਨੂੰ ਇੰਨਾ ਝਿੜਕਿਆ, ਮੈਂ ਕਿਹਾ ਤੂੰ ਬਾਬਾ ਜਰਨੈਲ ਸਿੰਘ ਦੀ ਰੀਸ ਕਿਉਂ ਕੀਤੀ ਵੀ ਮੈਂ ਉਹਨਾਂ ਦੇ ਬਰਾਬਰ ਚਲੇ ਜਾ? ਮੈਂ ਉਹ ਬਚਪਨ ਤੋਂ 5 ਪਾਠ ਜਪਜੀ ਸਾਹਿਬ ਦੇ ਛੋਟੀ ਅਵਸਥਾ ਤੋਂ ਕਰਨ ਲੱਗੇ ਹੋਏ, ਤੂੰ ਹੁਣ ਨਵਾਂ ਆ ਕੇ ਤਾਂ ਚੜ੍ਹਦਾ ਫਿਰਦਾ। ਕਾਫੀ ਝਿੜਕਾਂ ਮਾਰੀਆਂ ਉਹਨੂੰ, ਨਾਲੇ ਮੇਰੇ ਤੋਂ ਵੱਡਾ ਵੀ ਸੀ, ਅਭਿਆਸੀ ਵੀ ਸੀ, ਪਰ ਫਿਰ ਵੀ ਦੋਸਤੀ ਹੋਣ ਕਰਕੇ। ਪਰ ਬਾਅਦ ਵਿੱਚ ਮਹਾਰਾਜ ਦੀ ਕਿਰਪਾ ਉੱਤੇ ਬਹੁਤ ਹੋਈ। ਫਿਰ ਇੰਨੀ ਕਿਰਪਾ ਹੋਈ ਕਿ ਬ੍ਰਹਮ ਗਿਆਨ ਤੱਕ ਹੀ ਬਿਰਤੀ ਚਲੀ ਗਈ ਉਹਦੀ। ਇਸ ਤਰ੍ਹਾਂ ਅਭਿਆਸ ਵਿੱਚ ਹਉਮੈ ਵੀ ਬਹੁਤ ਖਰਾਬ ਕਰਦੀ। ਇਹ ਤੁਹਾਨੂੰ ਵੀ ਜਦ ਕਿਸੇ ਨੂੰ ਲੱਖਾਂ 'ਚੋਂ ਕਿਸੇ ਇੱਕ ਨੂੰ ਕਿਰਪਾ ਹੋਣ ਲੱਗਦੀ ਹੈ, ਇਹ ਨਾ ਸੋਚਿਓ ਕਦੇ ਵੀ ਲੈ ਵੀ ਮੈਂ ਫਲਾਣੇ ਦੇ ਬਰਾਬਰ ਚਲਿਆ ਗਿਆ, ਲੈ ਵੀ ਮੈਂ ਵੀ ਉੱਥੇ ਪਹੁੰਚ, ਜਦ ਹੀ ਕੰਮ ਟੁੱਟ ਜਾਣਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਇੱਕ ਠਾਏ। ਆਪਣੀ ਅਵਸਥਾ ਨੂੰ ਹਉਮੈ ਤੋਂ ਬਚਾ ਕੇ ਜਿੰਨਾ ਰੱਖਿਆ ਜਾਵੇ ਚੰਗਾ ਹੈ। ਦਰਸ਼ਨ ਪਰਮ ਜੋਤ ਕੋ ਮਿਲ ਹੈ, ਉੱਥੇ ਪਰਮ ਜੋਤ ਦੇ ਦਰਸ਼ਨ ਹੁੰਦੇ ਨੇ। ਕਥਾ ਸੁਣਾਉਣ 'ਚ ਤਾਂ ਆਪਾਂ 1 ਮਿੰਟ ਵੀ ਨਹੀਂ ਲਾਇਆ। ਆਹ ਜਿਹੜੀ ਪਰਮ ਜੋਤ ਤੱਕ ਪਹੁੰਚਣਾ, ਇਹਨੂੰ ਕਈ ਚਿਰ ਲੱਗ ਜਾਂਦਾ। ਪਹਿਲਾਂ ਤਾਂ ਅਵਸਥਾ ਬੜੀ ਛੇਤੀ ਖੁੱਲ੍ਹਦੀ ਆ, ਪਰ ਜਦੋਂ ਇਹ ਤ੍ਰਿਕੁਟੀ ਤੋਂ ਅੱਗੇ ਜਾਂਦੀ ਅਵਸਥਾ, ਉਦੋਂ ਕਈ ਵਾਰੀ ਸਾਲ 2-2 ਸਾਲ 3-3 ਸਾਲ ਲੱਗ ਜਾਂਦੇ। ਉਹਨੂੰ ਕ੍ਰੋਸ ਕਰਨਾ ਇੰਨਾ ਔਖਾ ਹੁੰਦਾ ਹੈ ਕਿ ਜਿਵੇਂ ਉਹ ਸ਼ਬਦ ਆਉਂਦਾ ਨਾ ਕਿ
ਤਾਂ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ। ਅਸਲ ਵਿੱਚ ਇਸ ਅਵਸਥਾ ਦਾ ਸ਼ਬਦ ਹੈ। ਅਸਲ ਵਿੱਚ ਐਸਾ ਜਿੱਥੇ ਬਾਣੀ ਚ ਆਉਂਦਾ ਵਿਖੜੇ ਦੌ ਲੰਘਾਵੇ ਮੇਰਾ ਸਤਿਗੁਰ, ਉੱਥੋਂ ਦੀ ਦਸ਼ਾ ਹੈ ਇਹ। ਜਿੱਥੇ ਸਤਿਗੁਰੂ ਸਿੱਖ ਦੀ ਆਪ ਸਹਾਇਤਾ ਕਰਦੇ ਨੇ ਉੱਥੇ, ਕਿਉਂਕਿ ਇਹ ਸਿੱਧ ਗੋਸ਼ਟ ਵਿੱਚ ਆਉਂਦਾ ਬਹੁਤ ਚੀਜ਼ਾਂ ਨੇ, ਉੱਥੇ ਮਹਾਰਾਜ ਲਿਖਦੇ ਨੇ ਬੜੇ ਬੜੇ ਪਹਾੜ ਆਉਂਦੇ ਰਸਤੇ 'ਚ, ਉਹ ਕ੍ਰਾਸ ਕਰਨੇ ਔਖੇ। ਫਿਰ ਸਤਿਗੁਰੂ ਨਾਮ ਦੇ ਸਹਾਰੇ ਜਹਾਜ਼ ਵਾਂਗੂ ਉਡਾ ਕੇ ਲੈ ਜਾਂਦੇ ਗਾਹਾਂ ਤੱਕ। ਦਸਮ ਦੁਆਰ ਤੱਕ ਹੀ ਪਹੁੰਚਣਾ ਔਖਾ ਹੈ, ਤੇ ਜਦੋਂ ਉੱਥੇ ਤੱਕ ਪਹੁੰਚ ਜਾਂਦਾ ਉੱਥੇ ਪਰਮ ਜੋਤ ਦਾ ਝਿਲਮਿਲ ਇੰਨਾ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਹੁੰਦਾ ਹੈ, ਕਰੋੜਾਂ ਬਿਜਲੀਆਂ ਜਿੰਨਾ ਪ੍ਰਕਾਸ਼ ਹੁੰਦਾ। ਆ ਪਹਿਲਾਂ ਜਿਹੜੀਆਂ ਜੋਤਾਂ ਦਿਖਦੀਆਂ ਇਹ ਤਾਂ ਮਾੜੀਆਂ ਮਾੜੀਆਂ ਹੀ ਹੁੰਦੀਆਂ। ਪਹਿਲਾਂ ਮੋਮਬੱਤੀ ਜਿੰਨੀ ਆ, ਫਿਰ ਉਸ ਤੋਂ ਥੋੜ੍ਹੀ ਜ਼ਿਆਦਾ ਆ, ਫਿਰ ਚੰਗਾ ਸੂਰਜ ਵਰਗਾ ਪ੍ਰਕਾਸ਼ ਹੁੰਦਾ, ਫਿਰ ਹੋਰ ਗਾਹਾਂ। ਇਹ ਤਾਂ ਉਹਨੂੰ ਤਿਆਰ ਕਰਨ ਨੂੰ ਹੀ ਦਿਖਾਉਂਦੇ, ਮਾੜੀਆਂ ਮਾੜੀਆਂ ਲਾਈਟਾਂ ਜੀਆਂ। ਸਹਾਰ ਵੀ ਲਊਗਾ, ਜਦੋਂ ਸਹਾਰਨ ਲੱਗ ਜਾਂਦਾ ਕਾਫੀ ਪ੍ਰਕਾਸ਼, ਫਿਰ ਅਸਲ ਪ੍ਰਕਾਸ਼ ਕਾਫੀ ਦੇਰ ਬਾਅਦ ਹੁੰਦਾ। ਉਸ ਪ੍ਰਕਾਸ਼ ਮੂਹਰੇ ਅੱਖਾਂ ਨਹੀਂ ਖੁੱਲ੍ਹਦੀਆਂ, ਇੰਨਾ ਪ੍ਰਕਾਸ਼ ਹੋ ਜਾਂਦਾ ਕਿ ਕਈ ਵਾਰ 4-4 ਘੰਟੇ ਅੱਖਾਂ ਤੋਂ ਦੀਂਦਾ ਨਹੀਂ ਸਾਹਮਣੇ। ਇਉਂ ਅੱਖਾਂ ਬਹੁਤ ਜ਼ਿਆਦਾ ਝੁੰਧਿਆ ਜਾਂਦੀਆਂ ਨੇ ਜਦੋਂ ਅਕਾਲ ਦਾ ਦਰਸ਼ਨ ਹੁੰਦਾ। ਝਿਲਮਿਲਕਾਰ ਮਹਾਨ ਪ੍ਰਕਾਸ਼ਾ, ਉੱਥੇ ਫਿਰ ਹਿਲਦਾ ਚਮਕਦਾ ਪ੍ਰਕਾਸ਼ ਹੁੰਦਾ, ਹਿਲਦਾ ਵੀ ਆ। ਉਹਦੇ ਵਿੱਚ ਨਿੱਕੇ ਨਿੱਕੇ ਤਾਰੇ ਵੀ ਦਿਖਦੇ, ਉਹ ਬਿਲਕੁਲ ਨੀਲੇ ਰੰਗ ਦਾ ਪ੍ਰਕਾਸ਼, ਚਿੱਟਾ ਤੇ ਨੀਲਾ ਦੁਧੀਆ ਰੰਗ ਦਾ ਪ੍ਰਕਾਸ਼ ਹੁੰਦਾ। ਪਹਿਲਾਂ ਇਹ ਪ੍ਰਕਾਸ਼ ਲਾਲ ਰੰਗ ਤੋਂ ਆਰੰਭ ਹੁੰਦਾ, ਫਿਰ ਹਰਾ, ਪੀਲਾ, ਨੀਲਾ, ਜਾਮਨੀ ਜਿਹਾ ਵੀ ਹੁੰਦਾ ਵਿੱਚ। ਫਿਰ ਇਹ ਦੱਸਣ ਵਾਲੇ ਅਭਿਆਸੀ ਸਾਨੂੰ ਦੱਸਦੇ ਰਹਿੰਦੇ ਨੇ, ਕੋਈ ਚੀਜ਼ਾਂ ਅਸੀਂ ਪੜ੍ਹੀਆਂ ਵੀ ਹੁੰਦੀਆਂ, ਕਈਆਂ ਤੋਂ ਦੇਖੀਆਂ ਸਿੱਖੀਆਂ ਵੀ ਹੁੰਦੀਆਂ, ਉਹ ਦੱਸ ਦਈਦੀਆਂ ਵੀ ਆਹ ਚੀਜ਼ਾਂ ਆਉਣੀਆਂ। ਫਿਰ ਇਹਦੇ ਵਿੱਚ ਸਾਰੇ ਪ੍ਰਕਾਸ਼ ਲੰਘ ਕੇ ਫਿਰ ਚਿੱਟਾ ਪ੍ਰਕਾਸ਼, ਪੀਲਾ ਪ੍ਰਕਾਸ਼, ਇਹ ਦੋ ਪ੍ਰਕਾਸ਼ ਗਾਹਾਂ ਦੇ ਆ। ਇੱਕ ਦੁਧੀਆ ਰੰਗ ਦਾ ਪ੍ਰਕਾਸ਼ ਚਿੱਟਾ ਤੇ ਇਹ ਪੀਲਾ, ਇਹ ਦੋ ਤਾਂ ਹੋ ਗਏ ਸੌਖੇ, ਤਾਂ ਅੱਖਾਂ ਝੱਲ ਲੈਂਦੀਆਂ। ਪਰ ਆਹ ਜਿਹੜਾ ਇੱਕ ਪ੍ਰਕਾਸ਼ ਹੁਣ ਕਿਹਾ ਨਾ, ਝਿਲਮਿਲ ਝਿਲਕਿਆ ਚਾਂਦਨਾ ਤਾਰਾ, ਬਾਣੀ ਅੰਦਰ ਵੀ ਆਉਂਦੀਆਂ ਨੇ ਸਾਰੀਆਂ ਅਵਸਥਾਵਾਂ ਦਾ ਜ਼ਿਕਰ ਕੀਤਾ। ਝਿਲਮਿਲਕਾਰ ਮਹਾਨ ਪ੍ਰਕਾਸ਼ਾ, ਉਹ ਜਿੱਥੇ ਫਿਰ ਮਹਾਨ ਪ੍ਰਕਾਸ਼ ਹੁੰਦਾ ਜਾ ਕੇ, ਇੰਨੀ ਤੇਜ਼ ਲਾਈਟ ਹੈ, ਪਰ ਉਹ ਲਾਈਟ ਸੂਰਜ ਵਾਂਗੂ ਚੁੱਭ ਵੀ ਨਹੀਂ ਹੁੰਦੀ, ਉਹ ਇੰਨੀ ਠੰਡੀ ਠਾਰ ਹੁੰਦੀ ਹੈ ਜਦੋਂ ਬੰਦਾ ਦੇਖਦਾ ਤਾਂ ਮਨ ਨੂੰ ਟਿਕਾਓ, ਸ਼ਾਂਤੀ, ਇਕਾਗਰਤਾ, ਰਸ ਸਭ ਕੁਝ ਆਉਣਾ ਸ਼ੁਰੂ ਹੁੰਦਾ। ਬੰਦਾ ਵਿਸਮਾਦ ਅਵਸਥਾ ਚਲਿਆ ਜਾਂਦਾ ਔਰ ਬੰਦਾ ਬਾਹਰ ਨੂੰ ਦੇਖਦਾ ਹੀ ਨਹੀਂ, ਟਿਕਾਓ ਦੀ ਅਵਸਥਾ ਬਣ ਜਾਂਦੀ ਹੈ। ਇਹ ਭਿਖ ਹਵੈ ਬਸੇਖ ਸੁਖ ਰਾਸਾ। ਇੱਥੇ ਕਵੀ ਜੀ ਵੀ ਲਿਖਦੇ ਨੇ ਕਿ ਜਿਹਨੂੰ ਗੁਰੂ ਨਾਨਕ ਦੇਵ ਜੀ ਦੱਸ ਰਹੇ ਰਾਜੇ ਨੂੰ ਵਿਸ਼ੇਸ਼ ਸੁੱਖ ਹੁੰਦਾ, ਜਿਹਨੂੰ ਦੇਖ ਕਰਕੇ। ਉਹ ਲਾਈਟਾਂ ਉਹੀ ਨਹੀਂ ਹੁੰਦੀਆਂ, ਫਜ਼ੂਲ ਜੀਆਂ ਨਹੀਂ ਹੁੰਦੀਆਂ ਵੀ ਐਵੇਂ ਬਲਬ ਦੀ ਲਾਈਟ ਹੈ। ਉਹ ਲਾਈਟਾਂ ਹੋਰ ਚੀਜ਼ ਹੁੰਦੀ, ਉਹਦੇ ਨਾਲ ਸ਼ਾਂਤੀ, ਸੁੱਖ, ਟਿਕਾਓ, ਇਕਾਗਰਤਾ, ਠੰਡ ਪੈਂਦੀ ਹੈ, ਫੁਰਨੇ ਬੰਦ ਹੋ ਜਾਂਦੇ ਨੇ, ਮਨ ਦੇ ਅੰਦਰ ਵਿਕਾਰ ਘਟ ਜਾਂਦੇ ਨੇ, ਸੀਤਲਤਾ ਪੈਦਾ ਹੋ ਜਾਂਦੀ ਹੈ। ਦੋਹਰਾ ਜਿਉਂ ਜਿਉਂ ਧਰਹੀ ਧਿਆਨ ਕੋ, ਤਿਉਂ ਤਿਉਂ ਤੁਨ ਵੱਧ ਜਾਏ। ਹੁਣ ਇਹਦੇ ਵਿੱਚ ਇਹ ਦਿਨੇ ਧੁਨੀ ਘਟ ਜਾਂਦੀ ਕਈਆਂ ਦੀ। ਦਿਨੇ ਹੁਣ ਕੰਮਕਾਰ ਨੇ, ਸ਼ੋਰ ਹੈ, ਰੌਲਾ ਹੈ। ਜਦੋਂ ਰਾਤ ਨੂੰ ਸਮਾਧੀ ਲਾਉਂਦੇ ਨੇ, ਫਿਰ ਧਿਆਨ ਧਰਦੇ ਨੇ, ਉਹ ਧੁਨੀ ਫਿਰ ਵੱਧਦੀ ਜਾਂਦੀ ਨਾਮ ਦੀ। ਉਸ ਧੁਨੀ ਦੇ ਵਿੱਚ ਸਾਜ਼ਾਂ ਦੇ ਸਮੇਤ ਸਿਮਰਨ ਸੁਣਦਾ, ਜਿਵੇਂ ਆਪਾਂ ਵਾਜੇ, ਜੋੜੀਆਂ, ਢੋਲਕੀਆਂ ਲੈ ਕੇ ਘੁੰਗਰੂ, ਛੈਣੇ ਵੱਜਦੇ ਹੋਣ, ਟੱਲੀਆਂ, ਬੜਾ ਮਿੱਠੀ ਧੁਨੀ ਵਾਹਿਗੁਰੂ ਮੰਤਰ ਦੀ, ਉਹਨੂੰ ਫਿਰ ਜੀਵ ਨੂੰ ਸ਼ਰਵਣ ਹੁੰਦੀ ਹੈ। ਅਸ਼ਟ ਅੰਗ ਹੈ ਯੋਗ ਕਾ, ਧਿਆਨ ਧਰਤ ਸੁਖ ਪਾਏ। ਇਹ 6ਵਾਂ ਅੰਗ ਹੈ ਯੋਗ ਦਾ, ਧਿਆਨ ਧਰਨਾ, ਅੱਛੇ ਤਰ੍ਹਾਂ ਆਸਣ ਲਾ ਕੇ। ਇਹ ਜੇ ਚੀਜ਼ ਹੋ ਜੇ ਤਾਂ ਚੰਗੀ ਹੈ। ਆਸਣ ਲਾਓ, ਜਿਵੇਂ ਘਰੇ ਨਿਤਨੇਮ ਆਪਾਂ ਕਰਨਾ, ਕਮਰਾ ਵੱਖਰਾ ਹੋਵੇ ਤਾਂ ਵਧੀਆ ਹੁੰਦਾ। ਉੱਥੇ ਬਹਿਣ ਨੂੰ ਜਿਹੜੀ ਥਾਂ ਬਣਾਈ ਹੁੰਦੀ ਉਹ ਵੀ ਥੱਲਿਓਂ ਥੋੜ੍ਹੀ ਪੋਲੀ ਥਾਂ, ਬਾਹਲੀ ਨਾ ਹੋਵੇ। ਇਹ ਨਾ ਬਿਲਕੁਲ ਹੀ ਗੱਦਾ ਰੱਖਣਾ, ਜਿਵੇਂ ਤਲਾਈ ਜੀ ਵਿਛਾਈ ਹੁੰਦੀ ਥੱਲੇ, ਇੰਨਾ ਕੁ ਪੋਲਾ, ਬਹਿਣ ਵਿੱਚ ਸੁਖੈਨ ਜਿਹਾ ਬੈਠੇ, ਅੰਦਰ ਉੱਥੇ ਜੋੜਾ ਨਾ ਜਾਂਦਾ ਹੋਵੇ, ਥੋੜ੍ਹੀ ਬਹੁਤ ਧੂਫ ਖੁਸ਼ਬੂ ਹੋਵੇ। ਇਸ ਤਰ੍ਹਾਂ ਦੀਆਂ ਚੀਜ਼ਾਂ ਕੋਲ। ਜਲ ਜ਼ਰੂਰ ਰੱਖੇ, ਜਲ ਅੱਛਾ ਹੁੰਦਾ। ਪੁਰਾਣੇ ਲੋਕ ਸਮੁੰਦਰ ਕਿਨਾਰੇ, ਨਦੀ ਕਿਨਾਰੇ, ਸਰੋਵਰ ਕਿਨਾਰੇ ਤੇ
ਇਸ ਤਰ੍ਹਾਂ ਹੀ ਬੈਠ ਕੇ ਪੁਰਾਣੇ ਲੋਕ ਜਾਂ ਨਹੀਂ ਫਿਰ ਕਿਤੇ ਤਾਂ ਜਲ ਕੋਲ ਰੱਖ ਕੇ ਭਗਤੀ ਕਰਨੀ। ਜਲ ਦੇ ਵਿੱਚ ਪਵਿੱਤਰਤਾ ਬਹੁਤ ਜ਼ਿਆਦਾ ਹੁੰਦੀ। ਇਸ ਤਰ੍ਹਾਂ ਕਰਨ ਦੇ ਨਾਲ ਜੀਵ ਅਭਿਆਸ ਕਰੇ, ਤਿਉਂ-ਤਿਉਂ ਉਹਦੇ ਮਨ ਨੂੰ ਆਨੰਦ ਬਣਦਾ। ਧਿਆਨ ਜਿਹੜਾ ਪਰਮਾਤਮਾ ਵਿੱਚ ਲੱਗਦਾ, ਚਾਰੇ ਪਾਸਿਓਂ ਧਿਆਨ ਹਟਾ ਲੈਣਾ। ਇੱਕ ਨਿੱਤ ਸੁੱਖ ਪਰਮਾਤਮਾ ਦੇ ਵਿੱਚ। ਸਤਿਗੁਰੂ ਨੇ ਇੱਥੇ ਇਸ ਧਿਆਨ ਨੂੰ ਇਉਂ ਕਿਹਾ, ਧੁਨ ਮੈਂ ਧਿਆਨ। ਧੁਨੀ ਵਿੱਚ ਧਿਆਨ ਲਾ ਲਵੇ, ਇਹ ਵੀ ਉਹੀ ਗੱਲ ਹੈ। ਜਿੱਥੇ ਕਿ ਜੀ ਕਰਦਾ, ਜਿਵੇਂ ਮਨ ਟਿਕਦਾ, ਗਾਵੀਆ ਸੁਣੀਆ, ਮਨ ਰੱਖੀਆ ਭਾਉ। ਇਹ ਵੀ ਇਹੀ ਚੀਜ਼ ਹੈ। ਬਾਣੀ ਨੂੰ ਪੜ੍ਹਦਿਆਂ ਹੋਇਆਂ ਅਸਲ ਵਿੱਚ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ, ਧਿਆਨ ਮੈਂ ਨਾ ਆਵੈ ਜੋ ਤਾਕੋ ਧਿਆਨ ਕੀਜੀਐ ਧਿਆਈਐ। ਫਿਰ ਕਹਿੰਦੇ ਨੇ, ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ। ਧਿਆਨ ਕਰੋ ਪਰਮਾਤਮਾ ਦਾ। ਇਸ ਤਰ੍ਹਾਂ ਪਰਮਾਤਮਾ ਦਾ ਧਿਆਨ ਕਰਨ ਦੇ ਨਾਲ ਇਹ, ਕਿਉਂਕਿ ਹੁਣ ਆਪਾਂ ਨੂੰ ਇਹਨਾਂ ਯੁੱਗਾਂ 'ਚ ਲੋੜ ਪੈਣੀ, ਟੈਨਸ਼ਨ ਮੁਕਤ ਇਹੀ ਕਰਦਾ। ਜਿੰਨੀ ਟੈਨਸ਼ਨ ਅੱਜ ਦੇ ਯੁੱਗ ਵਿੱਚ, ਇੰਨੀ ਟੈਨਸ਼ਨ ਹੈ, ਇਹ ਨਿਆਣੇ ਨੇ ਆਪ ਹੀ ਖੜੀ ਕੀਤੀ। ਬੱਚੇ ਨੇ ਪਰਮਾਤਮਾ ਦੇ, ਜਿਹੜੇ ਨਿਆਣੇ ਆ ਪਰਜਾ ਪਰਮਾਤਮਾ ਦੀ, ਇਹਨੇ ਧੱਕੇ ਨਾਲ ਹੀ ਇਹ ਟੈਨਸ਼ਨਾਂ ਕ੍ਰੀਏਟ ਕੀਤੀਆਂ ਆਪਣੇ ਆਪ ਹੀ। ਇਹਨੂੰ ਕਿਹਾ ਨਹੀਂ ਸੀ ਮਹਾਰਾਜ ਨੇ ਕਿ ਇੰਨੇ ਪੰਗੇ ਲੈਣ ਨੂੰ। ਇਹ ਬਦੋ ਬਦੀ ਐਵੇਂ ਅਸਲ ਵਿੱਚ ਦੌੜ ਪੈਦਾ ਹੋ ਗਈ, ਬਈ ਮੈਂ ਮੌਰਗੇਜ ਲੈ ਕੇ ਵੱਡਾ ਘਰ ਲੈਣਾ। ਇਹ ਦੌੜ ਨਾ ਲਾਓ, ਉਹ ਨਾ ਲਾਓ, ਕਰਜ਼ੇ ਥੱਲੇ ਆ ਜਾਂਦੇ, ਫਿਰ ਤੰਗ ਹੁੰਦੇ ਹੋ। ਜਿੱਥੇ ਰੱਬ ਰੱਖੇ ਉੱਥੇ ਹੀ ਸਵਰਗ ਹੈ। ਬਸ ਜਿੱਥੇ ਬਹੁਤ ਸੌਖੇ ਜਿਹੇ ਰਹਿਣਾ ਸਿੱਖੋ। ਔਰ ਕਰਜ਼ਾ ਜਿਹੜਾ ਚੜਾਈ ਜਾਣਾ। ਜ਼ਿਮੀਂਦਾਰ ਕਰਜ਼ਾ ਲੈ ਲੈਂਦੇ ਨੇ, ਫਿਰ ਕਿਹੜਾ ਕੋਈ ਭਗਤੀ ਕਰਨੀ ਕਿ ਧਿਆਨ ਲਾਉਣਾ, ਫਿਰ ਲੈ ਲੈਂਦੇ ਨੇ। ਅਖੀਰ ਫਿਰ ਉਹ ਫਾਹਾ ਲੈ ਲੈਂਦੇ ਨੇ, ਕਰਜ਼ੇ ਨਾਲ ਫਾਹਾ ਲੈ ਕੇ ਚੜਾਈਆਂ ਕਰ ਜਾਂਦੇ ਨੇ। ਇਸੇ ਤਰ੍ਹਾਂ ਇੱਥੇ ਵੀ ਲੋਕ ਫਾਹਾ ਲੈ ਲੈਂਦੇ ਨੇ ਵੀ ਹੁਣ ਫਸ ਗਏ ਸੀ। ਤਾਂ ਜੀ ਕਿਉਂ ਫਸਦੇ ਹੋ? ਰੱਬ ਤੋਂ ਮੰਗੋ, ਸਿਮਰਨ ਕਰੋ। ਮਹਾਰਾਜ ਨੇ ਦੇਣੀ ਹੋਊ ਮਾਇਆ ਤਾਂ ਉੱਦਾਂ ਹੀ ਦੇ ਦੂੰ। ਕਰਜ਼ਾ ਲੈ ਕੇ ਜ਼ਰੂਰ ਵਧਾਉਣੀ ਆਪਾਂ ਨੇ। ਇਸ ਕਰਕੇ ਇਹਨਾਂ ਚੀਜ਼ਾਂ ਵੱਲ ਜਿਹੜਾ ਧਿਆਨ ਦੇਣਾ ਨਾ, ਆਪਣਾ ਭਗਤੀ ਵਿੱਚ ਜ਼ਿਆਦਾ ਧਿਆਨ ਦਿਓ। ਭਗਤੀ ਕਰਨ ਵਾਲੇ ਨੂੰ ਸੁਤੇ ਸਿੱਧੀ ਮਾਇਆ ਬਥੇਰੀ ਆਈ ਜਾਂਦੀ ਹੈ, ਕੋਈ ਲੋੜ ਨਹੀਂ ਪੈਂਦੀ ਉਹਨੂੰ, ਕਿਉਂ ਸਤਿਗੁਰੂ ਮਹਾਰਾਜ ਸਮਝਾ ਰਹੇ ਹਨ। ਚੌਪਈ ਦਵੈ ਪ੍ਰਕਾਰ ਕੋ ਲਖਹੁ ਸੋ ਧਿਆਨਾ। ਇਹ ਹੁਣ ਦੋ ਪ੍ਰਕਾਰ ਦਾ ਕਹਿੰਦੇ ਧਿਆਨ ਤੁਹਾਨੂੰ ਦੱਸਦੇ ਆ। ਦੋ ਤਰ੍ਹਾਂ ਦਾ ਧਿਆਨ ਹੁੰਦਾ। ਵਾਹਿ ਕਾ ਅੰਤਰੀਕ ਬਖਾਨਾ। ਇੱਕ ਬਾਹਰ ਮੁਖੀ ਧਿਆਨ ਹੁੰਦਾ, ਇੱਕ ਅੰਦਰ ਧਿਆਨ, ਅੰਤਰੀਵ, ਅੰਦਰ ਨੂੰ ਧਿਆਨ ਲੈ ਕੇ ਜਾਣਾ। ਵਿਸ਼ਨ ਚਤੁਰਭੁਜ ਕੋ ਜੋ ਧਿਆਨਾ। ਸੋ ਜਿਹੜਾ ਪਰਮੇਸ਼ਰ ਦਾ ਧਿਆਨ ਕਰਨਾ ਹੈ, ਐਸਾ ਧਿਆਨ ਕਿ ਜਿਹੜਾ ਸਰਗੁਣ ਸਰੂਪ ਦਾ ਧਿਆਨ ਕਰਨਾ ਹੈ। ਗੁਰੂ ਨਾਨਕ ਦੇਵ ਜੀ ਦਾ ਸਰੂਪਾਂ ਦਾ ਧਿਆਨ ਕਰਨਾ ਹੈ। ਸੋ ਬਾਹਰ ਕਾ ਜਾਨ ਸੁਜਾਨਾ। ਇਹ ਬਾਹਰਲਾ ਧਿਆਨ ਹੈ। ਜਿਵੇਂ ਆਪਾਂ ਕਹੀਏ ਵੀ ਧਿਆਨ ਕਰਨਾ, ਫੋਟੋ ਦਾ ਕਰ ਲੈਂਦੇ ਕਈ ਲੋਕ, ਜਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਧਿਆਨ ਕਰ ਲੈਂਦੇ ਨੇ ਲੋਕ। ਇਹ ਬਾਹਰ ਦਾ ਧਿਆਨ ਹੈ। ਸਰਗੁਣ ਦਾ ਧਿਆਨ ਆਮ। ਇਹ ਵੀ ਗੱਲ ਅੱਜ ਵਿਚਾਰ ਹੋਈ ਸੀ ਕਿਸੇ ਵਿਦਵਾਨ ਦੇ ਨਾਲ, ਇਹ ਵੀ ਗੱਲ ਹੁੰਦੀ ਹੈ। ਉਹ ਕਹਿੰਦਾ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ, ਸਾਰੀਆਂ ਚੀਜ਼ਾਂ ਰਿਜੈਕਟ ਕਰੀ ਜਾਂਦੇ ਸੀ। ਮੈਂ ਕਿਹਾ ਸ਼੍ਰੀਮਾਨ ਜੀ, ਜਿੱਥੇ ਹੁਣ ਤੁਹਾਡੀ ਅਵਸਥਾ, ਤੁਹਾਡੀ ਉਮਰ ਹੈਗੀ ਹੁਣ 60 ਸਾਲ, ਜਦੋਂ 60 ਸਾਲ ਦੀ ਉਮਰ ਵਿੱਚ ਵਿਦਿਆਰਥੀ ਇਸ ਪਾਸੇ ਦਾ ਚੱਲਦਾ, ਇੱਕ ਤੁਸੀਂ ਜਦੋਂ ਮੈਂ ਕਿਹਾ ਚੌਥੇ ਪੰਜਵੇਂ ਸਾਲ ਵਿੱਚ ਸੀ, ਘਰਦਿਆਂ ਨੇ ਜਦੋਂ ਕਾਇਦਾ ਲੈ ਕੇ ਦਿੱਤਾ ਪਹਿਲੀ ਕਲਾਸ 'ਚ ਊੜੇ ਐੜੇ ਦਾ, ABC ਦਾ, ਉੱਥੇ ਸੀਗੀਆਂ ਫੋਟੋਆਂ। A ਫਾਰ ਐਪਲ, B ਫਾਰ ਬੁਆਏ, ਊੜਾ ਊਠ, ਐੜਾ ਅੰਬ ਨਾਲ ਛਾਪਿਆ ਹੋਇਆ ਸੀ ਨਾ ਅੰਬ। ਨਹੀਂ ਤਾਂ ਨਿਆਣੇ ਨੂੰ ਕੀ ਪਤਾ ਲੱਗੂ ਸੱਸਾ ਸੇਬ ਕੀ ਹੁੰਦਾ। ਕਹਿੰਦਾ ਹਾਂ ਇਹ ਤਾਂ ਗੱਲ ਠੀਕ। ਨਵੇਂ ਬੱਚੇ ਲਈ ਥੋੜ੍ਹੀ ਜਿਹੀ ਚੀਜ਼ ਦੀ ਸਾਨੂੰ ਲੋੜ ਪੈਂਦੀ ਸਿਖਾਉਣ ਦੀ। ਨਵੇਂ ਬੰਦੇ ਨੂੰ ਅਸੀਂ ਕੀ ਦੱਸਾਂਗੇ ਵੀ ਗੁਰੂ ਨਾਨਕ ਦੇਵ ਜੀ ਕਿੱਦਾਂ ਦੇ ਸੀ? ਜੇ ਫੋਟੋ ਨਾ ਦਿਖਾਈ, ਉਹਦੇ ਫਿਰ ਮਨ ਦੇ ਉੱਤੇ ਉਸ ਚੀਜ਼ ਦਾ ਅਕਸ ਪੈਂਦਾ ਵੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਦਾੜਾ ਸੀ, ਸੁੰਦਰ ਦਸਤਾਰਾ ਸੀ। ਇਸੇ ਪ੍ਰਕਾਰ 10ਵੇਂ ਪਾਤਸ਼ਾਹ ਦੀ ਚਿੱਤਰ ਸ੍ਰੀ ਸਾਹਿਬ ਪਹਿਨੀ ਹੋਈ ਆ। ਬੱਚੇ ਦੇ ਉੱਤੇ 5-6 ਸਾਲ ਦਾ, 7 ਸਾਲ ਦਾ, 10 ਸਾਲ ਦਾ ਬੱਚਾ, ਉਹਨੂੰ ਤਾਂ ਇਹ ਮੂਰਤਾਂ ਸਮੇਤ ਹੀ ਸਾਰਾ ਕੁਝ ਦੱਸਿਆ ਜਾਂਦਾ ਵੀ ਆਹ ਦੇਖ ਕਿਰਪਾਨ ਪਾਈ ਮਹਾਨ ਨੇ, ਚੱਕਰ ਸਿਰ ਤੇ ਕਲਗੀ ਲਾਈ ਹੋਈ ਆ, ਸੁੰਦਰ ਘੋੜੇ ਤੇ ਨੇ ਨੀਲਾ ਘੋੜਾ ਦਿਖਾਇਆ ਜਾਂਦਾ। ਜੇ ਆਪਾਂ ਬਿਨਾਂ ਉਹ ਚਿੱਤਰ ਤੋਂ ਉਹਨੂੰ ਕਹਿੰਦੇ ਆਏ ਗੁਰੂ ਨਾਨਕ ਦੇਵ ਜੀ ਹੋਏ, ਕਿਵੇਂ ਹੋਏ ਉਹ ਪਤਾ ਹੀ ਨਹੀਂ।
ਚਿੱਤਰ ਦੇ ਨਾਲ ਕਾਫੀ ਫਰਕ ਪੈ ਜਾਂਦਾ ਪਹਿਲੀਆਂ ਸਟੇਜਾਂ 'ਚ। ਬਾਅਦ ਵਿੱਚ ਹੌਲੀ ਹੌਲੀ ਜਦੋਂ ਵਿਦਿਆਰਥੀ ਉੱਪਰਲੀ ਕਲਾਸ ਜਾਂਦਾ, ਆ ਜਿਹੜੀਆਂ ਪੁਸਤਕਾਂ ਜਿਹੜੀਆਂ ਜ਼ਿਆਦਾ ਵੱਡੀਆਂ ਜਿਨ੍ਹਾਂ ਦੀਆਂ MA ਦੀਆਂ ਕਿਤਾਬਾਂ ਨੇ, ਉਹਨਾਂ ਦੀ ਕਿਤਾਬ 'ਚ ਕੋਈ ਫੋਟੋ ਘੱਟ ਹੀ ਹੁੰਦੀ ਆ, ਅੱਖਰ ਹੀ ਅੱਖਰ ਭਰੇ ਪਏ ਨੇ। ਉਹ ਸਰਗੁਣ ਤੋਂ ਨਿਰਗੁਣ ਤੱਕ ਚਲਿਆ ਜਾਂਦਾ, ਭਾਵ ਪਹਿਲਾਂ ਫੋਟੋਆਂ ਤੋਂ ਹੌਲੀ ਹੌਲੀ ਅੱਖਰ ਤੱਕ ਚਲਿਆ ਜਾਂਦਾ। ਅੱਖਰ ਤੋਂ ਬਾਅਦ ਉਹ ਜਦੋਂ ਲੈਕਚਰਾਰ ਬਣ ਜਾਂਦਾ, ਲੈਕਚਰ ਕਰਦਾ, ਫਿਰ ਜ਼ਬਾਨੀ ਕਰੀ ਜਾਂਦਾ, ਫਿਰ ਇਸ ਤੋਂ ਵੀ ਉੱਤੇ ਚਲਿਆ ਜਾਂਦਾ, ਸ਼ਬਦ ਉਹਦੀ ਜ਼ਬਾਨ 'ਤੇ ਹੀ ਆ ਜਾਂਦਾ। ਉਹੀ ਸ਼ਬਦ ਬੋਲ ਕੇ ਉਹ ਬਲੈਕ ਬੋਰਡ 'ਤੇ ਲਿਖ ਕੇ ਵਿਦਿਆਰਥੀਆਂ ਨੂੰ ਆਕਾਰ ਬਣਾ ਕੇ ਸਮਝਾਉਂਦਾ। ਦੇਖੋ, ਆਕਾਰ ਤੋਂ ਹੀ ਗੱਲ ਚੱਲੀ, ਆਕਾਰ 'ਤੇ ਹੀ ਫੇਰ ਆ ਗਈ। ਇਸ ਕਰਕੇ ਆਕਾਰ ਜਿਹੜਾ ਹੈ ਨਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀਅ, ਹੁਕਮ ਮਿਲਿਆ ਵਡਿਆਈ। ਹੁਣ ਆਪਾਂ ਵੀ ਤਾਂ ਆਪਣੀ ਫੋਟੋ ਖਿਚਾਉਂਦੇ ਹੀ ਆ ਤੇ ਫੋਟੋ ਲਾਉਨੇ ਆ। ਆਹ ਦਾਦਿਆਂ ਦੀਆਂ ਪੜਦਾਦਿਆਂ ਦੀਆਂ ਲੋਕ ਸੰਭਾਲ ਕੇ ਬੈਠੇ ਆ, ਆਹ ਤੇਰੇ ਦਾਦਾ ਜੀ ਹੁੰਦੇ ਸੀ, ਇਹ ਪੜਦਾਦਾ ਜੀ ਹੁੰਦੇ ਸੀ ਤੇਰੇ, ਆਹ ਤੇਰੀ ਨਾਨੀ ਹੁੰਦੀ ਸੀ, ਉਹ ਵੀ ਤਾਂ ਦਿਖਾਉਣੇ। ਫਿਰ ਉਹ ਕਹੀ ਜੀ ਹੁੰਦੀ ਸੀ ਫੋਟੋ ਨਾਲ, ਜਿਹੜਾ ਨਿਆਣੇ ਨੂੰ ਹੋਰ ਪਤਾ ਲੱਗ ਜਾਂਦਾ। ਇਸ ਤਰ੍ਹਾਂ ਜੇ ਤਾਂ ਡਿੱਗਣਾ ਖੱਬੇ ਨੂੰ ਸਾਡੇ ਬੰਦਿਆਂ ਨੇ ਤਾਂ ਖੱਬੇ ਨੂੰ ਹੀ ਡਿੱਗ ਪੈਣਾ, ਸਾਰਾ ਹੀ ਉੱਲਰ ਜਾਣਾ। ਜੇ ਸੱਜੇ ਨੂੰ ਡਿੱਗਣਾ ਤਾਂ ਸੱਜੇ ਪਾਸੇ ਨੂੰ ਸਾਰਾ ਹੀ ਡਿੱਗ ਪੈਣਾ। ਵਿਚਕਾਰ ਜੇ ਖੜਨਾ ਪੈਂਦਾ, ਜਿੱਥੇ ਜਿਹੇ ਜੇ ਲੋੜ ਹੁੰਦੀ ਵਿਦਿਆਰਥੀ ਦੀ, ਉੱਥੋਂ ਉਹਨੂੰ ਢੰਗ ਨਾਲ ਸਮਝਾਇਆ ਜਾਂਦਾ। ਗੁਰ ਕੇ ਸ਼ਬਦ ਵਿਖੈ ਸੋ ਜੋ ਜੋਰਾ। ਹੁਣ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਇਹਨੂੰ ਜੋੜਿਆ ਹੈ, ਜਿਹੜਾ ਪਹਿਲਾਂ ਕੀ ਕੀਤਾ, ਪਹਿਲਾਂ ਬਾਹਰ ਮੁਖੀ ਧਿਆਨ ਕੀਤਾ ਸੀ, ਉਹਦੇ ਵਿੱਚ ਤਾਂ ਫੋਟੋ ਦਾ ਹੀ ਹੈ, ਮਹਾਰਾਜ ਦੇ ਸਰੂਪ ਦਾ ਹੀ ਹੈ, ਬਾਹਰਲਾ ਗਿਆਨ ਦੇਣਾ। ਹੁਣ ਅੰਤਰਮੁਖੀ ਧਿਆਨ ਦੱਸਦੇ ਕਿ ਗੁਰੂ ਦੇ ਸ਼ਬਦ ਵਿੱਚ ਜਿਹੜਾ ਧਿਆਨ ਜੋੜਨਾ, ਇਹ ਅੰਤਰਮੁਖੀ ਧਿਆਨ ਹੈ। ਨਾਭੀ ਹਿਰਦੈ ਕਿਨਾਸਾ ਓਰਾ। ਇਹਦੇ ਵਿੱਚ ਵੀ ਧਿਆਨ ਜਦੋਂ ਜੋੜਨਾ, ਵਾਹਿਗੁਰੂ ਵਾਹਿਗੁਰੂ ਕਹਿਣਾ, ਜਾਂ ਤਾਂ ਨਾਭੀ 'ਚ ਧਿਆਨ ਰੱਖ ਲਵੇ ਆਪਣੀ ਧੁੰਨੀ 'ਚ, ਜਾਂ ਹਿਰਦੇ 'ਚ ਧਿਆਨ ਰੱਖ ਲਵੇ, ਜਾਂ ਕਹਿੰਦੇ ਨਾਸਿਕਾ ਦੇ ਮੂਹਰਲੇ ਪਾਸੇ। ਇਸੇ ਤਰੀਕੇ ਨਾਲ ਉਹਨਾਂ ਦੇ ਵੱਲ ਜਿਹੜਾ ਮਨ ਦੇ ਅੰਦਰ ਧਿਆਨ ਰੱਖਣਾ। ਕਹਿ ਭੂਕੇ ਕਹਿ ਦਸਵੇਂ ਦੁਆਰਾ। ਜਾਂ ਭੂਕੇ ਤੋਂ ਭਾਵ ਹੁੰਦਾ ਭਰਵੱਟਿਆਂ ਦੇ ਵਿੱਚ, ਵਿਚਕਾਰ ਆਗਿਆ ਚੱਕਰ ਹੁੰਦਾ ਸੈਂਟਰ 'ਚ, ਜਾਂ ਫਿਰ ਦਸਵੇਂ ਦੁਆਰ ਵਿੱਚ ਧਿਆਨ ਰੱਖਣਾ। ਤੋ ਇਹ ਜਿਨ੍ਹਾਂ ਨੇ ਕੁਛ ਨਹੀਂ ਕਮਾਈ ਕਰਨੀ, ਜਿਹੜੇ ਕਹਿੰਦੇ ਗੱਲਾਂ ਹੁੰਦੀਆਂ ਹੀ ਨਹੀਂ, ਇਹ ਐ ਨਹੀਂ ਹੁੰਦੀਆਂ, ਉਹ ਤਾਂ ਸਾਰੀ ਜ਼ਿੰਦਗੀ ਦੇਖ ਲਿਓ ਜੀਰੋ 'ਤੇ ਹੀ ਖੜਾ ਰਹਿਣਾ। ਉਹਨੇ ਤਾਂ ਕੋਈ ਨਾ ਪ੍ਰਾਪਤੀ ਕਰਨੀ, ਨਾ ਉਹਨੇ ਸਿਰੇ ਲੱਗਣਾ। ਉਹ ਤਾਂ ਨਿੰਦਕ ਜੀ ਐਂ ਵਿਚਾਰੇ ਚੜ੍ਹਾਈਆਂ ਕਰ ਜਾਣਗੇ, ਉਹਨਾਂ ਨੇ ਨਹੀਂ ਪ੍ਰਾਪਤੀ ਕਰਨੀ। ਪਰ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਹੋਣ ਕਰਕੇ ਆਪਾਂ ਦੱਸਦੇ ਵੀ ਇਹ ਹੈ, ਪਰ ਇਹਦੇ 'ਚ ਮਿਹਨਤ ਦੀ ਲੋੜ ਪੈਂਦੀ ਹੈ। ਧਿਆਨ ਦੇ ਨਾਲ ਥੋੜ੍ਹਾ ਜਿਹਾ ਛੇਤੀ ਕਿਰਪਾ ਹੋ ਜਾਂਦੀ। ਆਹ ਜੇ ਉਹ ਵੀ ਧਿਆਨ ਧੁਨ ਵਿੱਚ ਕਰਾਂਗੇ ਜਾਂ ਫਿਰ ਸੁਣਾਂਗੇ, ਉਹਦੇ ਵਿੱਚ ਵੀ ਕਿਰਪਾ ਹੋ ਜਾਂਦੀ ਹੈ। ਤਾਂ ਤੇ ਧਿਆਨ ਥੋੜ੍ਹਾ ਲਾ ਕਰਕੇ, ਕਿਉਂਕਿ ਪ੍ਰਕਾਸ਼ ਦਾ ਧਿਆਨ ਦੇਣਾ ਜ਼ਰੂਰੀ ਹੈ ਕਿ ਮੇਰੇ ਹਿਰਦੇ 'ਚ ਇੱਥੇ ਪ੍ਰਕਾਸ਼ ਹੈ, ਇੱਥੇ ਪ੍ਰਕਾਸ਼ ਹੈ। ਜਾਂ ਦਿਲ ਵਿੱਚ ਵੀ ਆਪਣਾ ਇੱਥੇ ਧੱਕ ਧੱਕ ਕਰਦਾ ਦਿਲ, ਜਿਹੜਾ ਖੂਨ ਨੂੰ ਹੀ ਸਾਫ਼ ਕਰਦਾ ਇਕੱਲਾ, ਇਹਦੇ ਵਿੱਚ ਵੀ ਜੋਤ ਹੀ ਕਰਦੀ ਹੈ। ਆ ਜੋਤ ਨਾਲ ਦਿਲ ਚੱਲਦਾ। ਇੱਕ ਜੋਤ ਉੱਥੇ ਰੱਖੀ ਹੋਈ ਹੈ, ਇੱਕ ਕੰਠ ਵਿੱਚ ਰੱਖੀ ਹੋਈ ਹੈ, ਇੱਕ ਸਿਰ ਵਿੱਚ ਰੱਖੀ ਹੋਈ ਹੈ, ਇੱਕ ਆਗਿਆ ਚੱਕਰ 'ਚ ਜੋਤ ਹੈ, ਇੱਕ ਛਾਤੀ ਦੇ ਵਿੱਚ, ਇੱਕ ਹਿਰਦੇ 'ਚ ਰੱਖੀ ਹੋਈ ਹੈ, ਇੱਕ ਧੁੰਨੀ 'ਚ, ਇੱਕ ਧੁੰਨੀ ਤੋਂ ਥੱਲੇ। ਇਹ ਪੂਰੇ ਸਰੀਰ ਦੀ ਕਿਰਿਆ ਨੂੰ ਇਹ ਲਾਈਟਾਂ ਚਲਾਉਂਦੀਆਂ ਨੇ। ਸਾਇੰਸਦਾਨਾਂ ਨੇ ਤਾਂ ਇੱਕ ਕਾਢ ਕੱਢ ਵੀ ਲਈ ਆ। ਤਾਂ ਮੈਂ ਤਾਂ ਉਹਨਾਂ ਦੇਖਿਆ ਸੀ, ਸਾਇੰਸਦਾਨਾਂ ਨੇ ਦਿਖਾਇਆ ਸੀ ਇੱਕ ਵਾਰੀ ਡਿਸਕਵਰੀ 'ਤੇ ਮੈਂ ਦੇਖਿਆ ਸੀਗਾ। ਉਹ ਮੈਂ ਵੀ ਹੈਰਾਨ ਸੀ, ਬਿਲਕੁਲ ਸੇਮ ਉੱਦਾਂ ਦੀ ਲਾਈਟ ਬਣਾ ਕੇ ਦਿਖਾਈ ਉਹਨਾਂ ਨੇ, ਜਾਮਨੀ ਜੇ ਰੰਗ ਦੀ ਲਾਈਟ ਜਾਵੇ। ਕਹਿੰਦੇ ਹਰ ਸੈਕਿੰਡ ਤੋਂ ਬਾਅਦ ਉਹ ਲਾਈਟ ਐਂ ਲੰਘਦੀ ਦਿਮਾਗ ਦੇ ਵਿੱਚ ਦੀ, ਇੱਧਰ ਜਾਂਦੀ ਇੱਧਰ ਜਾਂਦੀ। ਸਾਇੰਸ ਕਾਫੀ ਤਰੱਕੀ 'ਤੇ ਹੈ। ਉਹਨਾਂ ਨੇ ਇਸ ਤਰ੍ਹਾਂ ਖੋਜ ਕਰ ਲਈ, ਆਪਾਂ ਉਸ ਤਰ੍ਹਾਂ ਕਰ ਲਈ, ਦੂਜਿਆਂ ਨੇ ਉਸ ਤਰ੍ਹਾਂ ਕਰ ਲਈ। ਕੋਸ਼ਿਸ਼ ਕਰਕੇ ਆਪਾਂ ਉਸ ਲਾਈਟ ਤੱਕ ਜਾਣਾ ਹੈ। ਧਰੈ ਅਨਾਹਦ ਧੁਨ ਕੈ ਧਾਰਾ। ਸੋ ਉਸ ਵਕਤ ਜਿਹੜਾ ਹੈ ਧੁਨੀ ਦਾ ਧਿਆਨ ਧਰਨਾ, ਅਨਾਹਤ ਦਾ ਧਿਆਨ ਧਰਨਾ। ਜੇ ਤਾਂ ਧੁਨੀ ਹੋਣ ਲੱਗ ਜੇ ਤਾਂ ਧੁਨੀ ਦਾ ਧਿਆਨ ਧਰਦੇ ਨੇ। ਹੁਣ ਇਹ ਗੱਲ ਆ ਗਈ ਅਗਲੀ, ਕਈ ਵਾਰੀ ਆਪਾਂ ਨੂੰ ਵਾਹਿਗੁਰੂ ਮੰਤਰ ਸੁਣਨ ਲੱਗ ਜਾਂਦਾ, ਫਿਰ ਵਾਹਿਗੁਰੂ ਮੰਤਰ ਦੇ ਸੁਣਨ ਵਿੱਚ ਧਿਆਨ ਦਿਓ। ਕਈ ਵਾਰ ਤਾਂ ਕੰਠ ਵਿੱਚ ਸੁਣਨ ਲੱਗ ਜਾਂਦਾ, ਕਈ ਵਾਰ ਕੰਨਾਂ ਵਿੱਚ ਸੁਣਦਾ, ਕਈ ਵਾਰ ਵੈਸੇ ਹੀ ਸੁਣਦਾ, ਉਹਦੇ ਵਿੱਚ ਧਿਆਨ ਦੇਣਾ। ਇਸ ਤਰ੍ਹਾਂ ਇੱਥੇ ਦੱਸਿਆ, ਧਰੈ ਅਨਾਹਦ ਧੁਨ ਕੈ ਧਾਰਾ। ਇਸ ਤਰ੍ਹਾਂ ਉਹਨਾਂ ਦੇ ਵਿੱਚ ਧਿਆਨ ਦੇਣਾ।
ਜਾਂ ਧੁਨੀ ਵਿੱਚ ਧਿਆਨ ਦੇਣਾ, ਜਾਂ ਇਹਨਾਂ ਚੀਜ਼ਾਂ ਵਿੱਚ। ਜਬਹਿ ਅਨਾਹਦ ਧੁਨ ਖੁੱਲ ਜਾਵਹਿ, ਜਦੋਂ ਅਨਾਹਦ ਧੁਨੀ ਖੁੱਲ ਜਾਂਦੀ ਹੈ, ਕਿਦੋਂ ਜੋਤ ਕੋ ਧਿਆਨ ਲਗਾਵਹਿ। ਜਾਂ ਤਾਂ ਅਨਾਹਦ ਧੁਨੀ ਦਾ ਧਿਆਨ ਦੇਵੇ, ਜੇ ਜੋਤ ਦਿਖਣ ਲੱਗ ਜੇ ਤਾਂ ਜੋਤ ਦਾ ਧਿਆਨ ਕਰੇ, ਕਿਉਂਕਿ ਜੋਤ ਅਸਲੀ ਹੈ, ਪਰਮੇਸ਼ਰ ਦੀ ਜੋਤ ਹੈ। ਇਹਦਾ ਫਾਇਦਾ ਉਹਨਾਂ ਨੂੰ ਹੋਣਾ ਸੁਣਨ ਦਾ ਜਿਨ੍ਹਾਂ ਦੀ ਹੁਣ ਅਵਸਥਾ ਇੱਥੇ ਗਈ ਹੋਈ ਆ। ਇਹ ਨਹੀਂ ਆਪਾਂ ਕਈ ਆਪਣੇ ਪੰਥ ਵਿੱਚ ਹੈ ਨਹੀਂ, ਬਹੁਤ ਬੈਠੇ ਨੇ, ਉਹ ਹੁਣ ਸੁਣ ਕੇ ਬੜੇ ਖੁਸ਼ ਹੁੰਦੇ ਨੇ ਵੀ ਆਹ ਗੱਲਾਂ ਬੜੀਆਂ ਸੋਹਣੀਆਂ ਦੱਸੀਆਂ ਰਾਤ। ਇਹ ਅੰਤਰਿਕ ਮਨ ਮਹਿ ਪਹਿਚਾਨ ਹੈ। ਤੇ ਇਸ ਤਰੀਕੇ ਨਾਲ ਕਹਿੰਦੇ ਨੇ ਇਹ ਜਿਹੜਾ ਹੈ ਨਾ ਅੰਤਰਿਕ, ਇਸ ਢੰਗ ਨਾਲ ਅੰਦਰਲਾ ਧਿਆਨ ਹੈ, ਮਨ ਦੇ ਵਿੱਚ ਪਹਿਚਾਨਣਾ ਕਰੇ। ਸਪਤਮ ਅੰਗ ਧਾਰਨਾ ਮਨ ਹੈ। ਸਤਵਾਂ ਅੰਗ ਜਿਹੜਾ ਹੈ ਧਾਰਨਾ, ਧਾਰਨਾ ਮੰਨਣਾ ਸਤਵਾਂ ਅੰਗ। ਇਸ ਢੰਗ ਨੂੰ ਯੋਗ ਦਰਸ਼ਨ ਵਿੱਚ ਪਹਿਲਾਂ ਧਾਰਨਾ ਫਿਰ ਧਿਆਨ, ਪਰ ਇੱਥੇ ਪਹਿਲਾਂ ਧਿਆਨ ਧਾਰਨਾ ਰਹੁ ਵਿਚਾਰ, ਕਿਉਂਕਿ ਇਹ ਜ਼ਿਆਦਾ ਜ਼ਰੂਰੀ ਨਹੀਂ ਹੈ, ਪਰ ਦੱਸਿਆ ਗਿਆ ਜਿਵੇਂ ਤੇਰੇ ਪ੍ਰਤਿਬੰਧ ਸੰਕਲਪ ਉਠਾਵਨ, ਉਹਦੇ ਵਿੱਚ ਰੁਕਾਵਟ ਹੈ ਸੰਕਲਪ ਉਠਾਉਣ ਵਿੱਚ। ਦੇਹ ਤੇ ਪੁਨ ਪੁਨ ਮਨਹਿ ਹਟਾਵਨ। ਹੁਣ ਜਦੋਂ ਆਪਾਂ ਧਿਆਨ ਤੋਂ ਬਾਅਦ ਧਾਰਨਾ ਵਿੱਚ ਆਉਂਦੇ ਆ, ਇਹ ਧਿਆਨ ਜਦੋਂ ਧਾਰਨਾ ਬਣ ਜਾਂਦੀ ਹੈ ਉਸ ਵਕਤ ਕੀ ਹੁੰਦਾ ਹੈ, ਉਦੋਂ ਸੰਕਲਪ ਉੱਠੀ ਜਾਂਦੇ ਨੇ। ਸਮਾਧੀ ਤਾਂ ਲੱਗ ਗਈ ਆ, ਫਿਰ ਫੁਰਨਾ ਜਾਂ ਕੋਈ ਨਾ ਕੋਈ ਉੱਠ ਖੜਿਆ, ਫਿਰ ਦੱਬੀਦਾ, ਫਿਰ ਉੱਠ ਖੜਿਆ, ਫਿਰ ਦਬਾਈਦਾ। ਉਹਨੂੰ ਫੁਰਨਿਆਂ ਨੂੰ ਰੋਕਣ ਦਾ ਕੰਮ ਰਹਿੰਦਾ ਉੱਥੇ। ਧਿਆਨ ਵਿਖੈ ਜੋ ਰਹਿ ਠਹਿਰਾਵਹਿ। ਧਿਆਨ ਦੇ ਵਿੱਚ ਫਿਰ ਇਹਨੂੰ ਜੋੜੇ, ਰੋਕੇ, ਜ਼ੋਰ ਨਾਲ ਜੋੜ ਕੇ ਰੋਕੇ ਮਨ ਨੂੰ। ਮਨ ਨੂੰ ਆਦਤ ਹੈ ਇਹਨੇ ਖਿੱਚਣਾ ਹੀ ਖਿੱਚਣਾ ਬਾਹਰ ਨੂੰ ਆਪਾਂ ਨੂੰ। ਜਦੋਂ ਆਪਾਂ ਮਨ ਨੂੰ ਅੰਦਰ ਲੈ ਕੇ ਜਾਣਾ, ਬਾਹਰ ਨੂੰ ਫੇਰ ਭੱਜਦਾ, ਫੇਰ ਰੋਕ ਕੇ ਰੱਖਣਾ। ਇਹਨੂੰ ਫਿਰ ਸਮਝਾਓ ਬਾਹਰ ਆਨੰਦ ਦਾ ਕੰਮ ਲਿਆ ਕਿ ਅੰਦਰ ਹੈ, ਅੰਦਰ ਬੈਠ ਟੇਕੇ, ਤੇ ਫੇਰ ਭੱਜਦਾ ਬਾਹਰ ਨੂੰ। ਬਾਹਰ ਕੀ ਹੈ, ਬਸ ਨਿਆਣਿਆਂ ਵਾਂਗੂ ਹੱਟ ਟਿਕਦਾ ਹੀ ਨਹੀਂ, ਬਾਹਰ ਨੂੰ ਭੱਜਦਾ, ਬਾਹਰ ਨੂੰ ਨਿਕਲਦਾ ਜਾਂਦਾ ਹੈ। ਯਹੀ ਧਾਰਨਾ ਨਾਮ ਕਮਾਵਹਿ। ਇਸੇ ਦਾ ਨਾਂ ਹੀ ਧਾਰਨਾ ਹੈ। ਮਨ ਨੂੰ ਜਾਣ ਤੋਂ ਬਾਰ-ਬਾਰ ਰੋਕਣਾ ਨਾਮ ਹੀ ਧਾਰਨਾ ਹੈ। ਜਬ ਮਨ ਠਹਿਰੇ ਹੋਏ ਅਡੋਲਾ। ਜਦੋਂ ਮਨ ਅਡੋਲ ਹੋ ਕੇ ਟਿਕ ਜਾਂਦਾ, ਤੇ ਕੋ ਨਾਮ ਸਮਾਧ ਅਡੋਲਾ। ਉਹਨੂੰ ਕਹਿੰਦੇ ਨੇ ਅਡੋਲ ਸਮਾਧੀ ਲੱਗ ਗਈ ਇਹਦੀ। ਹੁਣ ਮਨ ਨੂੰ ਭੇਜੋ ਖਾਂ, ਬਸ ਟਿਕ ਗਿਆ, ਬਾਹਰ ਨਹੀਂ ਜਾਂਦਾ। ਸੋ ਸਮਾਧ ਹੈ ਉਭੈ ਪ੍ਰਕਾਰੀ। ਇਹਦੇ ਵਿੱਚ ਵੀ ਇਹ ਜਿਹੜੀ ਸਮਾਧੀ ਹੈ ਨਾ, ਦੋ ਤਰ੍ਹਾਂ ਦੀ ਹੈ, ਦੋ ਪ੍ਰਕਾਰ ਦੀ ਸਮਾਧੀ ਲੱਗਦੀ ਹੈ ਬੰਦੇ ਦੀ। ਇਹ ਵੀ ਤਰੱਕੀਆਂ ਹੁੰਦੀਆਂ ਨੇ। ਪਹਿਲਾਂ ਤਾਂ ਉਹ ਤੇ ਤਰੱਕੀ ਹੋਈ ਹੈ, ਧਿਆਨ ਵਿੱਚ ਤਰੱਕੀ ਕੀਤੀ ਹੈ, ਧਾਰਨਾ ਵਿੱਚ ਤਰੱਕੀ ਕੀਤੀ ਹੈ। ਹੁਣ ਦੋ ਪ੍ਰਕਾਰ ਦੀ ਜਿਹੜੀ ਇੱਥੇ ਸਮਾਧੀ ਲੱਗਦੀ ਕਿਵੇਂ? ਨਿਰਵਿਕਲਪ ਸਾਕਲਪ ਉਚਾਰੀ। ਇੱਕ ਸਮਾਧੀ ਹੁੰਦੀ ਹੈ ਨਿਰਵਿਕਲਪ, ਇੱਕ ਹੁੰਦੀ ਸਾਵਿਕਲਪ। ਸਾਵਿਕਲਪ ਤਾਂ ਪਹਿਲਾਂ ਦੱਸ ਹੀ ਆਏ ਆ ਵੀ ਸੰਕਲਪ ਹੋਈ ਜਾਂਦਾ ਮਨ 'ਚ, ਸਮਾਧੀ ਲੱਗੀ ਹੋਈ ਆ, ਮਾੜਾ ਮਾੜਾ ਸੰਕਲਪ ਜਿਹਾ ਹੁੰਦਾ, ਮੈਂ ਕਿੱਥੇ ਬੈਠਾ, ਮੈਂ ਉਹ ਕੰਮ ਕਰਨਾ ਵੀ ਸੀ, ਚਲੋ ਕੋਈ ਗੱਲ ਨਹੀਂ, ਆਨੰਦ ਲੈ ਰਿਹਾ। ਇੱਕ ਹੁੰਦਾ ਨਿਰਵਿਕਲਪ ਸਮਾਧੀ। ਸਾਵਿਕਲਪ ਵਿੱਚ ਜੇ ਭੁੱਖ ਲੱਗੀ ਹੁੰਦੀ ਆ ਤਾਂ ਰੋਟੀ ਦਾ ਫੁਰਨਾ ਬਣ ਜਾਂਦਾ, ਪਿਆਸ ਲੱਗੀ ਹੈ ਤਾਂ ਪਾਣੀ ਦਾ ਫੁਰਨਾ ਬਣ ਜਾਂਦਾ, ਹੋਰ ਕੋਈ ਕੰਮ ਕਰਨਾ ਉਹ ਮਨ 'ਚ ਆ ਜਾਂਦਾ। ਪਰ ਨਿਰਵਿਕਲਪ ਸਮਾਧੀ ਵਿੱਚ ਨਾ ਤਾਂ ਭੁੱਖ ਦਾ ਫੁਰਨਾ ਬਣਦਾ, ਨਾ ਪਿਆਸ ਦਾ ਫੁਰਨਾ ਬਣਦਾ, ਨਾ ਨੀਂਦ ਦਾ ਬਣਦਾ, ਨਾ ਕੋਈ ਕੰਮ ਦਾ ਸੰਕਲਪ ਉੱਠਦਾ। ਇਹਨੂੰ ਕਹਿੰਦੇ ਨੇ ਸੁੰਨ ਅਵਸਥਾ। ਇਹ ਹੈ ਸੁੰਨ। ਉਹ ਜਿਹੜੀ ਆਪਾਂ ਪੜ੍ਹਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ। ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਮਹਾਂਪੁਰਖ ਦੱਸਦੇ ਸੀ, ਕਹਿੰਦੇ ਜਾਂ ਪਿੰਡ ਪਾਠ ਕਰਦਾ ਹੁੰਦਾ ਸੀ, ਕਹਿੰਦੇ 3 ਮਹੀਨੇ ਮੇਰੀ ਅਵਸਥਾ ਰਹੀ ਇਹ, ਮੈਨੂੰ ਸੰਕਲਪ ਹੀ ਨਾ ਹੋਇਆ ਕਰੇ ਪਾਣੀ ਦਾ, ਨੀਂਦ ਦਾ, ਭੁੱਖ ਦਾ। ਮੈਂ ਫੇਰ ਕੀ ਬਣਿਆ, ਕਹਿੰਦੇ ਮੈਂ ਪਿੰਡ ਦੇ ਇੱਕ ਬੰਦੇ ਨੂੰ ਦੱਸ ਬੈਠਾ ਇਹ ਅਵਸਥਾ, ਕਰੋ 3 ਮਹੀਨੇ ਆਵੇ ਫਿਰ ਟੁੱਟ ਗਈ ਮੇਰੀ ਅਵਸਥਾ। ਇਹ ਦੱਸਣ ਨਾਲ ਵੀ ਟੁੱਟਦੀ ਹੈ, ਐਵੇਂ ਹੀ ਫਿਰ ਹਉਮੈ ਜੀ ਹੋ ਜਾਂਦੀ, ਮੈਨੂੰ ਹੋ ਗਈ ਅਵਸਥਾ, ਉਹ ਟੁੱਟ ਗਈ। ਫਿਰ ਅਵਸਥਾ ਬਣੀ ਤੇ ਸਿਰਫ ਉਸਤਾਦ ਨੂੰ ਹੀ ਦੱਸਣਾ, ਹੋਰ ਕਿਸੇ ਕੋਲ ਗੱਲ ਨਹੀਂ ਕਰਨੀ। ਜੇ ਗੱਲ ਕਰਾਂਗੇ ਤਾਂ ਆਪਾਂ ਹਉਮੈ 'ਚ ਆ ਜਾਣਾ ਵੀ ਤੂੰ ਕਿਹੜੇ ਬਾਗ ਦੀ ਮੂਲੀ, ਮੇਰੇ ਤਾਂ ਐਡੀ ਅਵਸਥਾ। ਕੰਮ ਉੱਥੋਂ ਵਿਗੜਦਾ। ਸੁਪਨਾ ਨਹੀਂ ਦੱਸਣਾ ਆਪਣਾ। ਕਈ ਕਹਿਣਗੇ ਮੈਨੂੰ ਸੁਪਨੇ 'ਚ ਮਹਾਰਾਜ ਦਰਸ਼ਨ ਹੋਏ, ਉਹ ਗਏ, ਫਿਰ ਮੁੜ ਕੇ ਨਹੀਂ ਹੁਣ ਹੋਣੇ, 20-20 ਸਾਲ ਨਹੀਂ ਹੁੰਦੇ। ਫਿਰ ਇਹ ਬਹੁਤ ਤਰਲੇ ਕਰਨੇ ਪੈਂਦੇ ਨੇ। ਤਾਂ ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਿਰਵਿਕਲਪ ਸਮਾਧੀ ਹੁੰਦੀ।
ਜਿੱਥੇ ਜਾ ਕੇ ਕੋਈ ਸੰਕਲਪ ਨਹੀਂ ਉੱਠਦਾ। ਇਹ ਸੁਣਨ ਵਿੱਚ ਤਾਂ ਬੜੀ ਸੌਖੀ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਦੀ ਸੀ। ਉਹਨੂੰ ਕਹਿੰਦੇ ਬਾਬਾ ਜੀ ਹੁਣ ਪ੍ਰਸ਼ਾਦੇ ਦੀ ਭੁੱਖ ਲੱਗੀ ਤੁਹਾਨੂੰ। ਅੱਛਾ ਲਿਆਓ ਬਈ। ਛੱਕ ਕੇ ਬਾਬਾ ਜੀ ਤੁਸੀਂ ਰੱਜ ਗਏ। ਇਹ ਵੀ ਨਹੀਂ ਸੰਕਲਪ ਹੁੰਦਾ ਮੈਂ ਰੱਜ ਗਿਆ। ਬਾਬਾ ਜੀ ਪਾਣੀ ਦੀ ਪਿਆਸ ਲੱਗੀ ਤੁਹਾਨੂੰ। ਅੱਛਾ ਪਾਣੀ ਪਿਆ ਦਿਓ। ਨਿਰਵਿਕਲਪ ਸਮਾਧੀ ਹੈ ਇਹ। ਨਿਰਵਿਕਲਪ ਸਮਾਧੀ ਜਿਹੜੀ 8ਵੀਂ ਭੂਮਿਕਾ 'ਚ ਲੱਗਦੀ ਜਾ ਕੇ। 7 ਭੂਮਿਕਾ ਹੁੰਦੀਆਂ ਆਪਣੀਆਂ ਤੁਰਿਆ ਅਵਸਥਾ ਤੱਕ। 8ਵੀਂ ਭੂਮਿਕਾ ਜਤ ਪਹਾਰਾ ਧੀਰਜ ਸੁਨਿਆਰ ਦੀ ਪੌੜੀ 'ਚ ਹੈ। ਵੈਸੇ ਨਿਰਵਿਕਲਪ ਸਮਾਧੀ ਸਿੱਖ ਦੀ ਕਿਸੇ ਦੀ ਲੱਗੀ ਅੱਜ ਤੱਕ। ਭਾਈ ਪਾਰੋ ਜੁਲਕ ਆਦਿਕ ਹੋਏ, ਬਾਬਾ ਬੁੱਢਾ ਜੀ ਹੋਏ ਨੇ। ਨਿਰਵਿਕਲਪ ਸਮਾਧੀ ਦਾ ਲੱਗ ਜਾਣਾ। ਨਿਰਵਿਕਲਪ ਸਮਾਧੀ ਵਿੱਚ ਬੰਦਾ ਕਿਰਿਆ ਨਹੀਂ ਸਾਂਭ ਸਕਦਾ ਸਰੀਰ ਦੀ। ਨਾ ਤਾਂ ਉਹਨੂੰ ਇਹ ਪਤਾ ਲੱਗਦਾ ਮੈਂ ਬਾਥਰੂਮ ਜਾਣਾ, ਨਾ ਉਹਨੂੰ ਇਹ ਪਤਾ ਲੱਗਦਾ ਮੈਂ ਹੋਰ ਕੋਈ ਕਿਰਿਆ ਕਰਨੀ ਹੈ, ਨਾ ਉਹਨੂੰ ਇਹ ਪਤਾ ਲੱਗਦਾ ਹੁਣ ਮੈਂ ਨਹਾਉਣਾ, ਨਾ ਉਹਨੂੰ ਪਤਾ ਲੱਗਦਾ ਮੈਂ ਰੋਟੀ ਖਾਣੀ ਹੈ। ਇਹਦੇ 'ਚ ਸਰੀਰ ਦੀ ਕਿਰਿਆ ਵਿਗੜ ਜਾਂਦੀ। ਕਿਰਿਆ ਵਿਗੜਨ ਕਰਕੇ ਉਹ ਨਿਰਵਿਕਲਪ ਸਮਾਧੀ ਵਾਲਾ ਬੰਦਾ ਜ਼ਿਆਦਾ ਤੋਂ ਜ਼ਿਆਦਾ 8 ਦਿਨ ਕੱਢਦਾ ਬਸ ਦੁਨੀਆ 'ਚ। 8ਵੇਂ ਦਿਨ ਫਿਰ ਉਹ ਸਰੀਰ ਛੱਡ ਜਾਂਦਾ, ਕਿਉਂਕਿ ਕਿਰਿਆ ਹੀ ਨਹੀਂ ਰਹਿੰਦੀ। ਸਰੀਰ ਦੀ ਕਿਰਿਆ ਖਤਮ ਹੋ ਜਾਂਦੀ ਆ। ਸਰੀਰ ਦੀ ਸਾਰੀ ਕਿਰਿਆ ਟੁੱਟ ਕੇ ਤਾਹਾਂ ਚਲੀ ਜਾਂਦੀ ਉੱਪਰ। ਸਿਰਫ ਨਾਮ ਰਸ ਵਿੱਚ ਹੀ ਜਿਉਂਦਾ ਹੈ। ਦੋਹਰਾ ਧਿਆਤਾ ਧਿਆਨ ਸੋ ਧੇ ਜੋ ਪਿਰਥਕ ਪਿਰਥਕ ਇਕ ਜਾਨ। ਸੋ ਇਹ ਅੱਡ ਅੱਡ ਵੱਖੋ ਵੱਖਰੇ ਜਾਣੋ। ਧਿਆਤਾ ਹੁੰਦਾ ਧਿਆਉਣ ਵਾਲਾ, ਧਿਆਨ ਜਿਹਦਾ ਧਿਆਨ ਕਰਨਾ। ਸੋ ਧੇ ਬਣ ਕੇ ਧਿਆਨ ਕਰਨਾ ਅਲੱਗ-ਅਲੱਗ ਦੱਸਦੇ ਹਾਂ। ਸਾ ਵਿਕਲਪ ਕਹਿਤ ਹੈ ਜੋਗੀ ਪੁਰਖ ਸੋ ਜਾਨ। ਇਹਨੂੰ ਸਾ ਵਿਕਲਪ ਸਮਾਧੀ ਕਹਿੰਦੇ ਨੇ। ਸਾ ਵਿਕਲਪ 'ਚ ਇਹ ਵੀ ਚੀਜ਼ ਆਉਂਦੀ ਹੈ ਕਿ ਧਿਆਤਾ ਬਣ ਕੇ ਮੈਂ ਵਾਹਿਗੁਰੂ ਕਹਿ ਰਿਹਾ, ਮੈਂ ਪਰਮੇਸ਼ਰ ਦਾ ਧਿਆਨ ਕਰ ਰਿਹਾ ਹਾਂ। ਉਹਦੇ ਵਿੱਚ ਇਹ ਤਾਂ ਸੰਕਲਪ ਹੈ ਨਾ ਕਿ ਮੈਂ ਸਿਮਰਨ ਕਰ ਰਿਹਾ ਹਾਂ, ਉਹ ਪਰਮੇਸ਼ਰ ਵੱਖਰਾ ਹੈ, ਮੈਂ ਵੱਖਰਾ ਹਾਂ। ਇਹਦੇ 'ਚ ਆਉਂਦਾ ਜਬ ਹਮ ਹੋਤੇ। ਇਹ ਇੰਨੀ ਅਵਸਥਾ ਹੈ। ਹੁਣ ਗਾਹਾਂ ਨਿਰਵਿਕਲਪ ਆਊਗੀ। ਨਿਰਵਿਕਲਪ ਵਿੱਚ ਹੁੰਦਾ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ। ਉਹ ਅਵਸਥਾ ਨਿਰਵਿਕਲਪ ਹੋ ਜਾਂਦੀ। ਹੁਣ ਸਾ ਵਿਕਲਪ ਵਿੱਚ ਇਹ ਤਾਂ ਰਹਿੰਦਾ ਨਾ ਕਿ ਧਿਆਤਾ ਮੈਂ ਧਿਆਉਣ ਵਾਲਾ, ਮੈਂ ਉਹ ਰੱਬ ਦਾ ਧਿਆਨ ਕਰਦਾ ਹਾਂ, ਉਹ ਰੱਬ ਹੋਰ ਹੈ, ਮੈਂ ਹੋਰ ਹਾਂ। ਮੈਂ ਤੇ ਤੂੰ ਦਾ ਇਹਦੇ ਵਿੱਚ ਫਰਕ ਰਹਿ ਜਾਂਦਾ। ਚੌਪਈ ਆਪ ਭਿੰਨ ਨਹਿ ਭਿੰਨ ਧਿਆਨਾ। ਹੁਣ ਜਦੋਂ ਉਹ ਅਵਸਥਾ ਬਣੀ ਨਾ ਤਾਂ ਆਪ ਵੱਖਰੇ ਨਾ ਧਿਆਨ ਵੱਖਰਾ। ਤੇ ਸਭ ਬ੍ਰਹਮ ਰੂਪ ਕਰ ਜਾਨਾ। ਜਿਹਦਾ ਧਿਆਨ ਧਰੇ ਉਹਨੂੰ ਧੇ ਕਹਿੰਦੇ ਨੇ। ਉਹ ਸਾਰਾ ਬ੍ਰਹਮ ਰੂਪ ਕਰਕੇ ਜਾਣਿਆ। ਧਿਆਨ ਤਾਂ ਮੈਂ ਉਹਦਾ ਧਰਦਾ ਹਾਂ, ਧਿਆਤਾ ਬਣ ਕੇ ਧਿਆਉਂਦਾ ਹਾਂ। ਤੇ ਫਿਰ ਧੇ ਹੁੰਦਾ ਜਿਹਦਾ ਧਿਆਨ ਕਰੇ ਉਹ ਪਰਮੇਸ਼ਰ। ਇਉਂ ਧਿਆਨ ਤਾਂ ਇੱਕ ਅਲੱਗ ਚੀਜ਼ ਹੈ। ਧਿਆਤਾ ਮੈਂ, ਧੇ ਕੀਤਾ ਪਰਮੇਸ਼ਰ ਦਾ। ਧਿਆਨ ਸਾਡੇ ਵਿਚਕਾਰ ਦਾ ਪੁਲ ਹੈ ਜਿਹੜਾ ਆਪਸ ਵਿੱਚ ਮਿਲਾਉਂਦਾ। ਇਹ 3 ਚੀਜ਼ਾਂ ਦਾ ਸੰਕਲਪ ਬਣਿਆ ਰਹਿੰਦਾ ਸਮਾਧੀ 'ਚ, ਸਾ ਵਿਕਲਪ ਸਮਾਧੀ ਵਿੱਚ। ਹੁਣ ਜਦੋਂ ਨਿਰਵਿਕਲਪ ਸਮਾਧੀ ਆਈ, ਨਿਰਵਿਕਲਪ ਸਮਾਧੀ ਵਿੱਚ ਆਪ ਭਿੰਨ ਨਾ ਭਿੰਨ ਧਿਆਨਾ। ਨਾ ਤਾਂ ਮੈਂ ਵੱਖਰਾ ਨਾ ਧਿਆਨ ਵੱਖਰਾ, ਅਸੀਂ ਤਾਂ ਇੱਕੋ ਹੀ ਹੋ ਗਏ ਕਿਉਂਕਿ ਅਸੀਂ ਮਿਲ ਕੇ ਇੱਕ ਦੂਜੇ ਦੇ ਵਿੱਚ ਲੀਨ ਹੋ ਗਏ ਹਾਂ। ਨਿਰਵਿਕਲਪ ਸੋ ਲਖੋ ਸਮਾਦ। ਬ੍ਰਹਮ ਦਾ ਤੇ ਧਿਆਉਣ ਵਾਲੇ ਦਾ ਤੇ ਧਿਆਨ ਦਾ ਤਿੰਨੋਂ ਚੀਜ਼ਾਂ ਹੀ ਇੱਕ ਹੋ ਗਈਆਂ। ਜਦੋਂ ਇੱਥੋਂ ਆਪਾਂ ਫਰਜ਼ ਕਰੋ ਚੱਲੇ, ਇੱਕ ਦੂਜੇ ਸ਼ਹਿਰ ਨੂੰ ਚੱਲੇ ਆਪਾਂ, ਮੰਨ ਲਓ ਇੱਥੋਂ ਕਿਸੇ ਵੀ ਸ਼ਹਿਰ ਦਾ ਨਾਂ ਲੈ ਲਓ, ਇੱਥੋਂ ਉਹ ਅੱਧੇ ਘੰਟੇ ਦਾ ਰਸਤਾ। ਇੱਕ ਤਾਂ ਇੱਥੋਂ ਮੈਂ ਚੱਲਿਆ ਐਲਿਸ ਬ੍ਰਾਂਟੇ ਤੋਂ, ਇੱਕ ਤਾਂ ਮੈਂ ਇਹ ਆ, ਇੱਕ ਮੈਂ ਜਾਣਾ ਸਨ ਫਰਾਂਸਿਸਕੋ, ਉਹ ਦੂਜਾ। ਇਹਦੇ ਵਿਚਕਾਰ ਦੀ ਜਿਹੜੀ ਸੜਕ ਹੈ ਇਹ ਤੀਜੀ ਚੀਜ਼ ਹੈ। ਸਾਡੀ ਇਹ ਦੂਰੀ ਆਪਸ ਵਿੱਚ। ਮੈਂ ਇੱਥੋਂ ਚੱਲਿਆ, ਉਹ ਉੱਥੇ ਮਿਲੂਗਾ ਤੇ ਵਿਚਕਾਰ ਸਾਡੇ ਸੜਕ ਹੈ 30 ਕਿਲੋਮੀਟਰ ਦਾ ਏਰੀਆ। ਇਹ ਸਾ ਵਿਕਲਪ ਸਮਾਧੀ ਹੈ। ਮੇਰਾ ਧਿਆਨ ਤਾਂ ਲੱਗ ਗਿਆ ਉਹਦੇ 'ਚ ਵੀ ਉਹ ਉੱਥੇ ਹੈ, ਪਰ ਇਹ ਦੂਰੀ ਹੈ ਹਾਲੇ। ਇਹਦੀ ਦੂਰੀ ਜਦੋਂ ਮਿਟੂਗੀ ਨਿਰਵਿਕਲਪ ਜਾ ਕੇ, ਮੈਂ ਇੱਥੋਂ ਚੱਲ ਪਿਆ, ਚੱਲਦਿਆਂ ਚੱਲਦਿਆਂ ਮੇਰਾ ਪਿੰਡ ਆ 10 ਕਿਲੋਮੀਟਰ ਲੰਘ ਗਿਆ, 20 ਲੰਘ ਗਿਆ, 30 ਲੰਘ ਗਿਆ, ਮੈਂ ਉੱਥੇ ਹੀ ਪਹੁੰਚ ਗਿਆ। ਨਾ ਤਾਂ ਹੁਣ ਆਹ ਸ਼ਹਿਰ ਰਿਹਾ, ਨਾ ਇਹ ਵਿਚਕਾਰਲੀ ਸੜਕ ਰਹੀ 30 ਕਿਲੋਮੀਟਰ ਦੀ। ਮੈਂ ਤੇ ਉਹ ਦੋਵੇਂ ਇੱਕੋ ਹੀ ਹੋ ਗਏ ਜਾ ਕੇ। ਉੱਥੇ ਕਾਹਦਾ ਸੰਕਲਪ ਹੋਣਾ, ਨਾ ਇੱਥੋਂ ਦਾ ਨਾ ਸੜਕ ਦਾ। ਇਸੇ ਤਰ੍ਹਾਂ ਹੀ ਇਹ ਜਿਹੜਾ ਧਿਆਤਾ ਆਹ ਸ਼ਹਿਰ, ਧੇ ਹੈ ਜਿਹੜਾ ਰਸਤਾ ਹੈ, ਧਿਆਨ ਜਿਹੜਾ ਉੱਥੋਂ ਦਾ ਕੀਤਾ ਸੀਗਾ ਸਨ ਫਰਾਂਸਿਸਕੋ ਦਾ,
ਇਹ ਤਿੰਨ ਚੀਜ਼ਾਂ ਦਾ ਆਪਸ ਵਿੱਚ ਏਕਤਾ ਹੀ ਹੋ ਗਈ। ਮੈਂ ਤੇ ਉਹ ਪਰਮੇਸ਼ਰ ਤੇ ਵਿਚਕਾਰਲਾ ਰਸਤਾ ਸਾਡਾ ਮਿਲਣ ਦਾ, ਨਾ ਮੈਂ ਰਿਹਾ ਨਾ ਤੂੰ ਰਿਹਾ ਨਾ ਵਿਚਕਾਰਲਾ ਰਸਤਾ ਰਿਹਾ, ਮੈਂ ਤੇ ਤੂੰ ਇੱਕੋ ਹੀ ਹੋ ਗਏ। ਉੱਥੇ ਕਾਹਦਾ ਸੰਕਲਪ ਉੱਠਣਾ। ਇਹਨੂੰ ਕਹਿੰਦੇ ਨੇ ਸੰਪੂਰਨ ਬ੍ਰਹਮ ਗਿਆਨ। ਇਹ ਸਾਰਿਆਂ ਤੋਂ ਸ਼੍ਰੋਮਣੀ ਬ੍ਰਹਮ ਗਿਆਨ ਹੈ, ਜਿਹੜਾ ਭਗਤ ਰਵਿਦਾਸ ਜੀ ਨੂੰ ਹੋਇਆ, ਭਗਤ ਕਬੀਰ ਜੀ ਨੂੰ ਹੋਇਆ, ਭਗਤ ਫਰੀਦ ਜੀ ਨੂੰ ਹੋਇਆ, ਬਹੁਤਿਆਂ ਸਿੱਖ ਸੰਤਾਂ ਮਹਾਤਮਾ ਨੂੰ ਹੋਇਆ। ਐਸੇ ਅਸ਼ਟ ਅੰਗ ਤਨ ਸਾਧ। ਇਹ 8 ਅੰਗ ਨੇ ਸਰੀਰ ਦੇ, ਇਹਨੂੰ ਸਾਧਨਾ ਕਰ। ਇਹ ਬਹੁਤ ਹਾਈ ਕਲਾਸ ਚੀਜ਼ ਸੀ ਨਾ, ਇਸ ਕਰਕੇ ਆਮ ਬੰਦੇ ਦੀ ਨਾ ਤਾਂ ਇਹ ਕਥਾ ਕਰਨ ਦੀ ਯੋਗਤਾ, ਨਾ ਹੀ ਉਹਨੂੰ ਸਮਝ ਲੱਗਦੀ ਹੈ। ਇਸੇ ਕਰਕੇ ਕਹੀ ਜਾਂਦੇ ਇਹ ਕਥਾ ਤਾਂ ਬਕਵਾਸ, ਇਹਨੂੰ ਬੰਦ ਕਰ ਦਿਓ, ਇਹ ਕਥਾ ਤਾਂ ਐਵੇਂ ਹੀ ਹੈ ਜੀ, ਨਾਨਕ ਪ੍ਰਕਾਸ਼ ਦੀ ਕਥਾ। ਇਹ ਕਰਨੀ ਤਾਂ ਆਪ ਨੂੰ ਨਹੀਂ ਆਉਂਦੀ ਹੈਗੀ। ਗਿੱਦੜ ਦਾਖ ਨਾ ਆਪੜਾ ਆਖੈ ਥੂ ਕੌੜੀ। ਪਰ ਜੀ ਇਹ ਕਥਾ ਇੰਨੀ ਨਹੀਂ ਵਧੀਆ ਹੈ। ਗੁਰਦੁਆਰਿਆਂ 'ਚ ਕਥਾ ਬੰਦ ਹੋਣੀ ਚਾਹੀਦੀ। ਤੁਹਾਨੂੰ ਪਤਾ ਕਿਸੇ ਨੂੰ, ਸਾਰੀ ਸੰਗਤ ਨੂੰ ਮੈਂ ਦੱਸਦਾ ਵੀ ਇਹ ਕਥਾ ਨੂੰ ਬੰਦ ਕਰਨ ਲਈ ਇੱਥੇ ਹੀ ਨਹੀਂ, ਸਾਰੇ ਪੰਜਾਬ ਦੇ ਵਿੱਚ ਵੀ ਰੌਲਾ ਜਿਹਾ ਪਾਈ ਜਾਂਦੇ ਨੇ। ਉਹ ਜਿਹੜੇ ਬਾਹਲੇ ਬਣਦੇ ਆਪਣੇ ਆਪ ਸਿਆਣੇ, ਉਹ ਕਹਿੰਦੇ ਇਹ 'ਚ ਉਹ ਗੱਲਾਂ ਜਿਹੀਆਂ ਬਣਾ ਕੇ ਮਾਰੀਆਂ ਹੋਈਆਂ ਨੇ। ਇਹ ਤਾਂ ਉਹਨਾਂ ਵਾਸਤੇ ਗੱਲਾਂ ਨੇ, ਕਿਉਂਕਿ ਉਹਨਾਂ ਨੂੰ ਇੰਨਾ ਗਿਆਨ ਹੀ ਨਹੀਂ। ਉਹ ਇਹਨਾਂ ਨਾ ਤਾਂ ਵਿਸਥਾਰ ਨਾਲ ਦੱਸ ਹੀ ਸਕਦੇ ਆ, ਨਾ ਉਹਨਾਂ ਨੇ ਇਹ ਚੀਜ਼ ਪੜ੍ਹੀ, ਨਾ ਕਦੇ ਦੇਖੀ, ਨਾ ਉਹਨਾਂ ਦੇ ਪ੍ਰੋਫੈਸਰਾਂ ਨੇ ਦੇਖੀਆਂ ਇਹ ਚੀਜ਼ਾਂ, ਨਾ ਉਹਨਾਂ ਦੇ ਪਿਓ ਨੇ ਗਾਹਾਂ ਦੇਖੀਆਂ ਕਿਸੇ ਨੇ। ਕਿਸੇ ਨੂੰ ਨਹੀਂ ਪਤਾ ਇਹ ਹੈ ਕੀ। ਫਿਰ ਉਹ ਕੀ ਕਰਦੇ ਨੇ, ਇੱਥੇ ਆ ਜਾਂਦੇ ਨੇ ਵੀ ਇਹ ਗ੍ਰੰਥ ਬੰਦ ਕਰਕੇ ਰੱਖ। ਆ ਜਦ ਗਾਹਾਂ ਜਾ ਕੇ ਵਿਦਾਂਤ ਆਉਂਦਾ ਨਾ, ਉੱਥੇ ਕੀ ਕਰਿਆ ਕਰਦੇ, ਹਰੇਕ ਥਾਂ ਤੇ ਜਿੱਥੇ ਵੀ ਕਥਾ ਹੁੰਦੀ ਹੈ, ਘੱਟੋ ਘੱਟ ਉਹਦਾ 100 ਪੱਤਰ ਹੈ, ਉਹ ਇਕੱਠਾ ਹੀ ਉਲਟਾ ਕੇ ਗਾਹਾਂ ਲੰਘ ਜਾਂਦੇ। ਉਹ ਇਹ ਤਾਂ ਐਵੇਂ ਹੈ ਜੀ, ਗੱਲਾਂ ਛੱਡੋ ਪਰੇ, ਕੀ ਸੁਣਾਉਣੀਆਂ ਸੰਗਤ ਨੂੰ। ਉਹ ਸੰਗਤ ਨੂੰ ਵੀ ਵਾਂਝੇ ਰੱਖਿਆ, ਆਪ ਤਾਂ ਹੈਗੇ ਹੀ ਹੈਗੇ ਵਾਂਝੇ। ਇਸ ਕਰਕੇ ਇਹ ਚੀਜ਼ ਜਦ ਸੁਣਾਉਣੀ ਪੈਂਦੀ ਆ ਤਾਂ ਉੱਥੇ ਤੱਕ ਫਿਰ ਜ਼ੋਰ ਬਹੁਤ ਲੱਗਦਾ। ਚੀਜ਼ ਨੂੰ ਸਮਝਾਉਣਾ, ਐਕਸਪਲੇਨ ਕਰਨਾ ਹੀ ਔਖਾ ਹੋ ਜਾਂਦਾ। ਇਸ ਕਰਕੇ ਜੇ ਆਪਾਂ ਐਕਸਪਲੇਨ ਕਰਕੇ ਇੱਕ ਵਾਰ ਦੱਸ ਦਈਏ ਵੀ ਆਹ ਚੀਜ਼ ਐਂ ਹੁੰਦੀ ਆ, ਤਾਂ ਆਪਾਂ ਬਾਅਦ 'ਚ ਦੇਖਦੇ ਕਿੰਨਾ ਆਨੰਦ ਆਇਆ ਸੁਣਨ ਵਿੱਚ। ਇਉਂ ਲੱਗਦਾ ਜਾਣੀ ਆਪਾਂ ਵੀ ਨਿਰਵਿਕਲਪ ਸਮਾਧੀ ਦੇ ਵਿੱਚ ਹੀ ਚਲੇ ਗਏ ਹਾਂ। ਬ੍ਰਿਤ ਅਰੂੜ ਜੋਗ ਮਹਿ ਜੋ ਲਾ। ਜਦੋਂ ਤੱਕ ਯੋਗ ਦੇ ਵਿੱਚ ਬਿਰਤੀ ਟਿਕੀ ਰਹਿੰਦੀ ਆ, ਲੈ ਤਾਹੀਂ ਕੋ ਰਸ ਸੁਭ ਤੋਂ ਲਾ। ਉਦੋਂ ਤੱਕ ਸ਼ੁਭ ਰਸ ਉਹਦਾ ਲੈਣਾ ਕਰੇ। ਉਤਰ ਹੈ ਬਿਰਤ ਜੋਗ ਤੇ ਜਬ ਹੀ। ਜਦੋਂ ਬਿਰਤੀ ਯੋਗ ਚੋਂ ਥੱਲੇ ਉਤਰ ਆਉਂਦੀ ਹੈ, ਗੁਰਬਾਣੀ ਸੋ ਪਰਚਹਿ ਤਬ ਹੀ। ਤਾਂ ਗੁਰਬਾਣੀ ਵਿੱਚ ਫਿਰ ਪਰਚ ਜਾਵੇ। ਇਹ ਵੀ ਚੀਜ਼ ਮਹਾਰਾਜ ਨੇ ਦੂਰ ਕੀਤੀ ਹੈ, ਕਿਉਂਕਿ ਜਦੋਂ ਜੋਗੀ ਧਿਆਨ ਲਾ ਕੇ ਬਿਰਤੀ ਤਾਂ ਚੜਾਉਂਦੇ, ਉਦੋਂ ਤਾਂ ਮਨ ਟਿਕਿਆ ਰਹਿੰਦਾ, ਬੜਾ ਆਨੰਦ ਆਉਂਦਾ ਉਦੋਂ। ਜਦੋਂ ਸਮਾਧੀ 'ਚ ਉਥਾਨ ਹੁੰਦੇ, ਥੱਲੇ ਨੂੰ ਬਿਰਤੀ ਆ ਗਈ, ਫਿਰ ਉਹੀ ਆਮ ਜੀ ਬਿਰਤੀ ਬਣ ਜਾਂਦੀ ਹੈ। ਫਿਰ ਉਹਦੇ ਵਿੱਚ ਕੀ ਕਰਨਾ ਚਾਹੀਦਾ ਜੀ, ਕਹਿੰਦੇ ਫਿਰ ਬਾਣੀ ਪੜ੍ਹਨ ਲੱਗ ਜੇ। ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਵ ਵਿੱਚ ਆਵੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇਹ 3 ਅਵਸਥਾ ਹਨ ਗੁਰਮੁਖ ਦੀਆਂ। ਐਸੇ ਪੀ ਬਹੁ ਕੋ ਕਲਿਆਣਾ। ਸੁਣ ਰਾਜਾ, ਇਉਂ ਵੀ ਬਹੁਤਿਆਂ ਦਾ ਕਲਿਆਣ ਹੁੰਦਾ, ਮੁਕਤੀ ਹੁੰਦੀ ਹੈ। ਭਏ ਜਗਤ ਕੇ ਬੰਧਨ ਹਨ। ਉਹਨਾਂ ਦੇ ਸਾਰੇ ਜੱਗ ਦੇ ਬੰਧਨ ਟੁੱਟ ਜਾਂਦੇ ਹਨ। ਦੂਜਾ ਭਗਤ ਜੋਗ ਕੋ ਪੰਥਾ। ਇਹ ਤਾਂ ਤੈਨੂੰ ਸੁਣਾਇਆ ਸੀ ਜੋਗੀਆਂ ਦਾ ਰਸਤਾ। ਹੁਣ ਤੈਨੂੰ ਸੁਣਾਉਣੇ ਆ ਭਗਤੀ ਯੋਗ ਕਿਵੇਂ ਹੁੰਦਾ, ਉਹ ਵੀ ਤੈਨੂੰ ਅਗਲਾ ਰਸਤਾ ਦੱਸਦੇ ਹਾਂ। ਅਸ਼ਟ ਅੰਗ ਤੇ ਭਗਤ ਗ੍ਰੰਥਾ। ਉਹਦੇ ਵੀ 8 ਅੰਗ ਜਿਹੜੇ ਗ੍ਰੰਥ ਕਹਿੰਦੇ ਨੇ। ਉਹ ਫਿਰ ਆਪਾਂ ਹੁਣ ਕੱਲ ਤਾਂ ਸਿਮਰਨੀ ਕਰਨਾ, ਪਰਸੋਂ ਫਿਰ ਐਤਵਾਰ, ਫਿਰ ਸੋਮਵਾਰ ਸ਼ਾਮ ਨੂੰ ਜਾ ਕੇ ਫਿਰ ਆਪਾਂ ਅੱਗੇ ਇਹ ਸ਼ਰਵਣ ਕਰਾਂਗੇ ਭਗਤ ਯੋਗ। ਇਹ ਜਿਹੜਾ ਹੁਣ ਤੱਕ ਆਪਾਂ ਸੁਣਿਆ ਸੀਗਾ ਕੱਲਾ ਯੋਗ ਜਿਹੜਾ ਸੀਗਾ, ਇੱਕ ਸੀ ਹਠ ਯੋਗ, ਉਹ ਤਾਂ ਛੱਡ ਹੀ ਦੇਣਾ। ਇਹ ਜਿਹੜਾ ਹੈ ਸਹਿਜ ਯੋਗ ਵਿੱਚ ਆਪਾਂ ਇਹ ਚੀਜ਼ਾਂ ਕਮਾਈਆਂ, ਪਰ ਇੱਕ ਭਗਤ ਯੋਗ ਹੈ। ਭਗਤ ਯੋਗ ਕੋ ਜੈਤਵਾਰ ਜਿਹੜਾ ਪੰਕਤੀ ਆਈ ਸੀ ਕੱਲ, ਉਹਦੇ ਵਿੱਚ ਜਦੋਂ ਆਪਾਂ ਹੁਣ ਪ੍ਰਵੇਸ਼ ਕਰਨਾ, ਸੋਮਵਾਰ ਨੂੰ ਜਾ ਕੇ ਦੇਖਾਂਗੇ ਵੀ ਇਹ ਕਿਸ ਤਰ੍ਹਾਂ ਦਾ ਹੁੰਦਾ ਭਗਤ ਯੋਗ, ਤੇ ਆਪਾਂ ਕਿਵੇਂ ਕਮਾਉਣਾ। ਇਹ ਵੀ ਕਮਾਉਣਾ ਹੋਵੇ ਕਮਾ ਸਕਦੇ ਹਾਂ, ਪਰ ਇਹਦੀ ਜਾਨ ਨਹੀਂ ਹੈ ਸਰੀਰ 'ਚ, ਨਾ ਹੀ ਸਿਰ 'ਚ ਤਾਕਤ ਹੈ ਕਿਸੇ ਦੇ ਇੰਨਾ ਕਮਾ ਸਕੇ। ਹਾਂ, ਜੇ ਕੋਈ ਕਮਾਵੇ, ਜੀ ਸਦਕੇ ਕਮਾਵੇ, ਆਪਾਂ ਕਿਸੇ ਨੂੰ ਕੀ ਕਹਿੰਦੇ ਆ। ਪਰ ਜੇ ਭਗਤ ਯੋਗ ਇਦੋਂ ਸੌਖਾ, ਜੇ ਸੌਖਾ ਰਸਤਾ, ਫਿਰ ਆਪਾਂ ਜ਼ਰੂਰ ਮਹਿੰਗਾ ਰਸਤਾ ਚੁਣਨਾ। ਸੌਖਾ ਰਸਤਾ ਭਗਤੀ ਦੇ ਰਾਹੀਂ ਸਤਿਗੁਰੂ ਦੱਸਣਗੇ, ਉਹ ਸ਼ਰਵਣ ਕਰਾਂਗੇ। ਆਓ, ਸੌਖਾ ਰਸਤਾ ਸਭ ਤੋਂ ਕਿਹੜਾ? ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ